ਟੀਕਾਕਰਨ ਭਾਵੇਂ ਭਾਰਤ ਨੇ 88 ਲੱਖ ਦਾ ਰਿਕਾਰਡ ਇੱਕ ਦਿਨ ਵਿੱਚ ਬਣਾ ਲਿਆ, ਪਰ ਉਹਨਾਂ ਨੇ ਕਿਹਾ ਕਿ ਅਜੇ ਵੀ ਦਿੱਲੀ ਬਹੁਤ ਦੂਰ ਹੈ। ਲੋਕਤੰਤਰ ਬਚਾਓ ਦਾ ਕਿ ਉਦੋਂ ਐਲਾਨੀ ਹੋਈ ਐਮਰਜੈਂਸੀ ਸੀ, ਹੁਣ ਅਣਐਲਾਨੀ ਐਮਰਜੈਂਸੀ ਹੈ। ਪੁਲਿਸ ਹੱਥੋਂ ਮਾਰੇ ਗਏ ਵਿਅਕਤੀ ਦੇ ਕੇਸ ਵਿੱਚ ਅਫਸਰ ਨੂੰ ਹੀ ਸਜ਼ਾ ਹੋ ਗਈ ਹੈ। ਰੰਗ ਦੇਖ ਕੇ ਜਿਹੜੇ ਕਿਸੇ ਵਿਅਕਤੀ ਦੇ ਨਾਲ ਉਹਦਾ ਵਰਤਾਰਾ ਜਿਹੜਾ ਉਹਦੇ ਨਾਲ ਕੀਤਾ ਜਾਂਦਾ ਹੈ ਦੁਨੀਆ ਭਰ ਦੇ ਵਿੱਚ, ਇਹ ਮਾੜਾ। ਕੈਨੇਡਾ ਦਾ ਰੁਖ ਕਰੀਏ ਤੇ ਉੱਥੇ ਦੂਜੀ ਵਾਰ ਬੱਚਿਆਂ ਦੇ ਪਿੰਜਰ ਮਿਲੇ ਨੇ। ਹੁਣ ਅਨਮਾਰਕ ਗ੍ਰੇਵ ਹੈ ਕਿ ਇਹ ਵੀ ਨਹੀਂ ਦੱਸਿਆ ਗਿਆ ਕਿ ਇੱਥੇ ਕਬਰਾਂ ਹੋ ਸਕਦੀਆਂ ਨੇ। ਕੋਈ ਸਮਾਂ ਸੀ ਜਦੋਂ ਕੇਜਰੀਵਾਲ ਸਵੇਰ ਦੀ ਚਾਹ ਮਗਰੋਂ ਪੀਂਦੇ ਸੀ ਤੇ ਪਹਿਲਾਂ ਮੋਦੀ ਦੇ ਦੁਆਲੇ ਹੋ ਜਾਂਦੇ ਸੀ। ਚੋਣਾਂ ਤੋਂ ਪਹਿਲਾਂ ਹੀ ਸਾਰਾ ਕੁਝ ਹੋ ਰਿਹਾ। ਜੇ ਚੋਣਾਂ ਨਾ ਹੋਣ ਤੇ ਸ਼ਾਇਦ ਇੱਕ ਵੀ ਕੰਮ ਨਾ ਇਹੋ ਜਿਹਾ ਹੋਵੇ। ਪਹਿਲਵਾਨ ਸੁਸ਼ੀਲ ਕੁਮਾਰ ਦੀ ਤੇ ਉਹਨਾਂ ਦੀਆਂ ਕੁਝ ਖਾਸ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਆਪਣੇ ਹੀ ਦੋਸਤੋ ਵੀਡੀਓ ਬਣਵਾ ਰਹੇ ਨੇ ਤਾਂ ਕਿ ਦਹਿਸ਼ਤ ਫੈਲ ਜਾਵੇ ਉਸ ਇਲਾਕੇ ਦੇ ਵਿੱਚ, ਦਬਦਬਾ ਕਾਇਮ ਹੋ ਜਾਵੇ। ਸੁੱਚਾ ਸਿੰਘ ਲੰਗਾ ਦੀ ਗੱਲ ਕਰੀਏ ਤਾਂ ਸੁਣਿਆ ਉਹਨਾਂ ਨੇ ਕੋਈ ਮੰਗ ਰੱਖੀ। ਸੁੱਚਾ ਸਿੰਘ ਲੰਗਾ ਜੇ ਜਾਂਦੇ ਨੇ ਤੇ ਅੰਦਰ ਖਾਤੇ ਬੇਨਤੀ ਕਰ ਲੈਣ, ਪਰ ਉਹਨਾਂ ਨੇ ਮੀਡੀਆ ਵਿੱਚ ਹੁਣ ਗੱਲ ਲੈ ਕੇ ਆਏ ਨੇ ਤਾਂ ਕਿ ਹਾਈਲਾਈਟ ਹੋਵੇ ਤੇ ਕਿਸੇ ਤਰ੍ਹਾਂ ਦਾ ਦਬਾਅ ਪਵੇ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸਵਲੀਨ ਕੌਰ ਜੱਸੜ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਟੂਡੀਓ 'ਚ ਹੋਣਗੇ ਸਾਡੇ ਮਾਹਿਰ ਮਹਿਮਾਨ ਸਰਦਾਰ ਕੁਲਦੀਪ ਸਿੰਘ ਹੀਰ ਜੀ, ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਦੀ, ਪੰਜਾਬ ਦੀ ਰਾਜਨੀਤੀ ਦੀ, ਭਾਰਤ ਦੀ ਰਾਜਨੀਤੀ ਦੀ, ਕੈਨੇਡਾ ਤੇ ਅਮਰੀਕਾ ਦੇ ਵੀ ਕੁਝ ਮੁੱਦੇ ਵਿਚਾਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਮਾਹਿਰ ਮਹਿਮਾਨ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਵਲੀਨ। ਕੁਲਦੀਪ ਜੀ, ਇਸ ਤੋਂ ਪਹਿਲਾਂ ਕਿ ਅਸੀਂ ਰਾਜਨੀਤੀ ਦੇ ਵਿੱਚ ਘੜੀਆਂ ਹੋਈਆਂ ਗੱਲਾਂ ਕਰੀਏ, ਕਰੋਨਾ ਦੀ ਹਲਕੀ ਜੀ ਗੱਲ ਕਰ ਲੈਂਦੇ ਹਾਂ। ਕਰੋਨਾ ਮਹਾਮਾਰੀ ਦੇ ਇਸ ਵੇਲੇ ਭਾਰਤ ਵਿੱਚ ਕੀ ਹਾਲਾਤ ਨੇ? ਇਸ ਵੇਲੇ ਹਾਲਾਤ ਠੀਕ ਨੇ। 50,000 ਤੋਂ ਘੱਟ ਕੇਸ ਜਿਹੜੇ ਨੇ ਇੱਥੇ ਜਾਂ 50,000 ਦੇ ਆਸ-ਪਾਸ ਜਿਹੜੇ ਨੇ ਰਜਿਸਟਰ ਹੋ ਰਹੇ ਨੇ ਰੋਜ਼, ਤੇ ਠੀਕ ਹੋਣ ਵਾਲਿਆਂ ਦੀ ਗਿਣਤੀ 70,000 ਦੇ ਆਸ-ਪਾਸ ਹੈ। ਘੱਟ ਵੱਧ ਹੋ ਸਕਦੀ ਹੈ। ਸਰਕਾਰੀ ਅੰਕੜੇ ਇਹ ਨਾਲ ਕਹਿਣਾ ਪੈਂਦਾ। ਪਰ ਮਹਾਰਾਸ਼ਟਰ ਦੇ ਵਿੱਚ ਮੰਨਿਆ ਜਾ ਰਿਹਾ ਕਿ ਕੁਛ ਜਿਹੜੀ ਵੇਵ ਹੈ ਜਿਵੇਂ ਬਾਕੀ ਸੂਬਿਆਂ 'ਚ ਟੇਪਰ ਆਫ ਹੋ ਰਹੀ ਹੈ ਤੇ ਗ੍ਰਾਫ ਦਿਨ ਬ ਦਿਨ ਥੱਲੇ ਜਾ ਰਿਹਾ। ਮਹਾਰਾਸ਼ਟਰ ਵਿੱਚ ਇੱਕ ਵਾਰੀ ਤਾਂ ਥੱਲੇ ਆ ਗਿਆ ਪਰ ਲਗਾਤਾਰ ਨਹੀਂ ਘਟ ਰਿਹਾ। ਉੱਥੇ ਸ਼ਾਇਦ ਨਵਾਂ ਸਟ੍ਰੇਨ ਹੈ ਜਾਂ ਕੋਈ ਹੋਰ ਗੱਲ ਹੈ, ਬਲੈਕ ਫੰਗਸ ਵੀ ਹੈ, ਪਰ ਉੱਥੇ ਕੋਈ ਜਿਹੜਾ ਹੈ ਥੋੜ੍ਹਾ ਜਿਹਾ ਚਿੰਤਾ ਪ੍ਰਗਟਾਈ ਜਾ ਰਹੀ ਵੀ ਅਜੇ ਵੀ ਕੇਸ ਕਾਫੀ ਆ ਰਹੇ ਨੇ। ਪੰਜਾਬ ਜਦੋਂ ਦੂਸਰੀ ਲਹਿਰ ਆਉਣੀ ਸੀ ਉਹ ਤੋਂ ਪਹਿਲਾਂ ਵਾਲੀ ਸਥਿਤੀ ਤੇ ਪਹੁੰਚ ਗਿਆ। 4-5 ਹਜ਼ਾਰ ਦੇ ਬਰਾਬਰ ਜਿਹੜੇ ਨੇ ਐਕਟਿਵ ਕੇਸ ਨੇ। ਇਹਨਾਂ ਵਿੱਚੋਂ ਕੋਈ ਸੀਰੀਅਸ ਪੇਸ਼ੈਂਟ ਹੋਣਗੇ ਜਾਂ ਜਿਨ੍ਹਾਂ ਨੂੰ ਲੰਬੇ ਇਲਾਜ ਦੀ ਲੋੜ ਹੈ। ਨਵੇਂ ਕੇਸ ਜਿਹੜੇ ਨੇ 100-150 ਦੇ ਆਸ-ਪਾਸ ਪੰਜਾਬ ਦੇ ਵਿੱਚ ਪੂਰੇ ਇੱਕ ਦਿਨ 'ਚ ਦੇਖੇ ਗਏ। ਹਜ਼ਾਰਾਂ ਵਾਲੀ ਗੱਲ ਜਿਹੜੀ ਆ ਉਹ ਖਤਮ ਹੋ ਗਈ ਜਾਪਦੀ ਹੈ। ਕੋਵਿਡ ਦੀਆਂ ਰਿਸਟ੍ਰਿਕਸ਼ਨਾਂ ਜਿਹੜੀਆਂ ਨੇ ਹੌਲੀ ਕਰਕੇ ਹਟਾਈਆਂ ਜਾ ਰਹੀਆਂ ਨੇ। ਕੁਝ ਚੀਜ਼ਾਂ ਖੋਲ੍ਹ ਦਿੱਤੀਆਂ ਨੇ, ਕੁਝ ਖੋਲ੍ਹੀਆਂ ਜਾ ਰਹੀਆਂ ਨੇ ਤੇ ਆਈਲੈਟ ਸੈਂਟਰ ਵੀ ਖੋਲ੍ਹ ਦਿੱਤੇ ਜਾ ਰਹੇ ਨੇ। ਉਹਨਾਂ ਨੂੰ ਵੀ ਕਹਿੰਦੇ ਨੇ ਕਿ ਰਾਹਤ ਥੋੜ੍ਹੀ ਮਿਲ ਰਹੀ ਹੈ। ਰੁਜ਼ਗਾਰ ਦਾ ਕੰਮ ਵੀ ਚੱਲ ਪੈਣ ਦੀ ਉਮੀਦ ਹੈ ਕਿਉਂਕਿ ਰੁਜ਼ਗਾਰ ਦੀ ਹਾਲਤ ਜਿਹੜੀ ਹੈ ਬਹੁਤ ਜ਼ਿਆਦਾ ਮੰਦੀ ਹੋਈ ਪਈ ਹੈ। ਪਰ ਕੋਵਿਡ ਦੇ ਨਾਲ ਕੁਝ ਗੱਲਾਂ ਪਿਛਲੀਆਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਕੌਣ ਕਿੱਥੇ ਕੀ ਕਿਵੇਂ ਗਲਤ ਹੋਇਆ ਤੇ ਸਾਰੀਆਂ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ। ਉਹਨਾਂ ਵਿੱਚੋਂ ਇੱਕ ਜਿਹੜੀ ਹੈ ਫਿਰ ਦਰਦਨਾਕ ਫੋਟੋਆਂ ਜਿਹੜੀਆਂ ਸੀ ਉਹ ਸਾਹਮਣੇ ਆਈਆਂ। ਪ੍ਰਯਾਗਰਾਜ ਦੇ ਵਿੱਚ ਗੰਗਾ ਨਦੀ ਦੇ ਕਿਨਾਰੇ ਤੇ ਜਦੋਂ ਪਾਣੀ ਦਾ ਵਹਾਅ ਤੇਜ਼ ਹੋਇਆ, ਕਿਉਂਕਿ ਇਹਨਾਂ ਦਿਨਾਂ ਵਿੱਚ ਬਾਰਿਸ਼ਾਂ ਹੋ ਰਹੀਆਂ ਪਹਾੜਾਂ ਦੇ ਵਿੱਚ ਵੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ, ਗੰਗਾ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਤੇ ਉਸਨੇ ਜਦੋਂ ਉੱਪਰੋਂ ਮਿੱਟੀ ਹਟਾ ਦਿੱਤੀ ਤੇ ਗੰਗਾ ਦੇ ਕਿਨਾਰੇ ਦੱਬੀਆਂ ਹੋਈਆਂ ਲਾਸ਼ਾਂ ਜਿਹੜੀਆਂ ਸੀ ਉਹ ਇੱਕ ਵਾਰ ਫਿਰ ਨਿਕਲ ਕੇ ਸਾਹਮਣੇ ਆ ਗਈਆਂ। ਔਰ ਸਰਕਾਰਾਂ ਨੇ ਕੋਈ ਬਹੁਤ ਖਾਸ ਇਸ ਤੇ ਕੋਈ ਗੱਲ ਨਹੀਂ ਕੀਤੀ। ਲੋਕਾਂ ਨੂੰ ਪਤਾ ਹੈ, ਜਿਵੇਂ ਕੁਝ ਗੱਲਾਂ ਦੇ ਵਿੱਚ ਪਤਾ ਹੁੰਦਾ, ਅੰਡਰਸਟੂਡ ਹੁੰਦਾ, ਪਰ ਗੱਲ ਕੋਈ ਕਰਦਾ ਨਹੀਂ। ਇਸੇ ਤਰ੍ਹਾਂ ਦੀ ਸਥਿਤੀ ਜਿਹੜੀ ਆ ਉੱਥੇ ਬਣੀ ਹੋਈ ਹੈ ਤੇ ਸਰਕਾਰਾਂ ਨੇ ਕਿਹਾ ਕਿ ਅਸੀਂ ਟੀਮ ਬਣਾ ਦਿੱਤੀ ਹੈ। ਜਿੱਥੇ ਕਿਤੇ ਇਹੋ ਜਿਹੀ ਘਟਨਾ ਹੁੰਦੀ ਤੇ ਫਿਰ ਅਸੀਂ ਦੁਬਾਰਾ ਉਹਨਾਂ ਦਾ ਸੰਸਕਾਰ ਕਰਦੇ ਹਾਂ ਜਾਂ ਦੁਬਾਰਾ ਦੱਬਦੇ ਹਾਂ ਜਾਂ ਅਸੀਂ ਕੁਝ ਨਾ ਕੁਝ ਕਰਾਂਗੇ ਜ਼ਰੂਰ। ਸੋ ਉਹ ਕਰ ਰਹੇ ਨੇ ਤੇ ਸਰਕਾਰਾਂ ਤੇ ਸਫਾਈ ਦੇ ਰਹੀਆਂ। ਕੱਲ ਪਰਸੋਂ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਦੂਜੀ ਲਹਿਰ ਦੌਰਾਨ ਯੂਪੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਦਕਿ ਅਸੀਂ ਬੜਾ ਸੋਹਣਾ ਨਜਿੱਠਿਆ ਕਰੋਨਾ ਨਾਲ। ਸੋਹਣਾ ਨਜਿੱਠਿਆ ਤੇ ਦਿਸ ਰਿਹਾ, ਸੋਹਣਾ ਨਜਿੱਠਿਆ ਤੇ ਹੁਣ ਜਦੋਂ ਕੁਦਰਤ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕੀਤਾ ਹੈ ਤੇ ਦਰਿਆਵਾਂ ਦੇ ਵਿੱਚ ਪਾਣੀ ਆ ਰਹੇ ਨੇ ਚੜ੍ਹ ਕੇ ਤੇ ਰੇਤਾ ਉੱਪਰੋਂ ਨਿਕਲ ਜਾਂਦੀ ਹੈ ਤੇ ਪਿੱਛੋਂ ਜੋ ਦੇਖਣ ਨੂੰ ਮਿਲ ਰਿਹਾ ਹੈ, ਪਰਿਵਾਰਾਂ ਦੇ ਪਰਿਵਾਰ ਖਾਲੀ ਹੋ ਗਏ ਨੇ। ਆਕਸੀਜਨ ਦੀ ਕਮੀ ਨਾਲ ਇੰਨੀਆਂ ਮੌਤਾਂ ਹੋਈਆਂ ਨੇ। ਕਈ ਪ੍ਰੋਮੀਨੈਂਟ ਲੋਕ ਜਿਹੜੇ ਨੇ ਉਹ ਆਪਣੀ ਜਾਨ ਗਵਾ ਚੁੱਕੇ ਨੇ। ਹੋਇਆ ਤੇ ਇਹੋ ਕੁਝ ਹੈ
ਇਹ ਜਿਹੜੀ ਇੱਕ ਅਕਸ ਖਰਾਬ ਕਰਨ ਵਾਲੀਆਂ ਗੱਲਾਂ, ਇੱਕ ਨਵਾਂ ਜਿਹੜਾ ਇੱਕ ਫਰੇਜ਼ ਜਿਹੜੀ ਹੈ ਨਿਕਲ ਕੇ ਕੁਝ ਸਮੇਂ ਤੋਂ ਸਾਹਮਣੇ ਆਈ ਕਿ ਸਾਡਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹੋ ਜਿਹੀ ਕੋਈ ਗੱਲ ਨਹੀਂ, ਜੋ ਹੋਇਆ ਸਭ ਦੇ ਸਾਹਮਣੇ ਆ। ਇਸ ਗੱਲ ਪ੍ਰਤੀ ਕੋਈ ਐਫੀਡੈਵਿਟ ਪਤਾ ਨਹੀਂ ਉਹਨਾਂ ਨੇ ਕਿਤੇ ਦਾਖਲ ਕੀਤਾ ਜਾਂ ਨਹੀਂ। ਹੁਣ ਅਸੀਂ ਥੋੜਾ ਜਿਹਾ ਇਸ ਦੇ ਇੱਕ ਹੋਰ ਤਰੀਕੇ ਨਾਲ ਝਾਤ ਪਾਉਂਦੇ ਹਾਂ, ਟੀਕਾਕਰਨ ਦੀ ਗੱਲ ਕਰਦੇ ਹਾਂ। ਹੁਣ ਤੱਕ ਜਿਹੜੇ ਵੇਰੀਐਂਟ ਆਏ ਸੀ ਅਲਫਾ, ਬੀਟਾ, ਗਾਮਾ ਤੇ ਡੈਲਟਾ। ਡੈਲਟਾ ਵੇਰੀਐਂਟ ਆ ਜਿਹੜਾ ਭਾਰਤ ਦੇ ਵਿੱਚੋਂ ਦੱਸਿਆ ਜਾਂਦਾ ਕਿ ਓਰੀਜਨ ਇਸ ਦਾ ਹੋਇਆ। ਹੁਣ ਕਈ ਜਿਹੜਾ ਸੀ, ਕੋਈ ਯੂਕੇ ਚ ਹੋਇਆ, ਕੋਈ ਅਫਰੀਕਾ ਚ ਹੋਇਆ, ਚਾਈਨਾ ਚੋਂ ਜਿਹੜਾ ਪਹਿਲਾ ਹੋਇਆ ਸੀ, ਹੁਣ ਸਾਰੇ ਹੋਏ। ਤੇ ਹੁਣ ਡੈਲਟਾ ਪਲੱਸ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ। ਭਾਰਤ ਦੇ ਵਿੱਚ 50 ਦੇ ਆਸ-ਪਾਸ ਕੇਸ ਦੱਸੇ ਜਾਂਦੇ ਨੇ ਤੇ 2-3 ਕੇਸ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਵੀ ਦੱਸੇ ਜਾਂਦੇ ਨੇ ਡੈਲਟਾ ਪਲੱਸ ਤੇ। ਇੱਕ ਗੱਲ ਜਿਹੜੀ ਹੈ ਉਹ ਇਸ ਦੇ ਵਿੱਚ ਇਹ ਹੈ ਕਿ ਅਜੇ ਤੱਕ ਕੋਈ ਮੌਤ ਜਿਹੜੀ ਹੈ ਡੈਲਟਾ ਪਲੱਸ ਨਾਲ ਨਹੀਂ ਹੋਈ। ਇਹ ਵਾਇਰਸ ਉਸੇ ਦੀ ਕਿਸਮ ਹੈ, ਥੋੜਾ ਵੱਖਰਾ ਹੈ, ਪਰ ਇਸ ਦੇ ਨਾਲ ਇਹ ਗੱਲ ਬਾਰ-ਬਾਰ ਕੀਤੀ ਜਾ ਰਹੀ ਹੈ ਮਾਹਿਰਾਂ ਵੱਲੋਂ ਕਿ ਟੀਕਾਕਰਨ ਸਭ ਤੋਂ ਵੱਧ ਜ਼ਰੂਰੀ ਹੈ। ਟੀਕਾਕਰਨ ਦੇ ਨਾਲ ਹੀ ਜਿਹੜੀ ਹੈ ਰੋਕਥਾਮ ਹੈ ਹੋ ਸਕਦੀ ਹੈ। ਹੁਣ WHO ਨੇ ਜਿਹੜੀ ਗੱਲ ਕੀਤੀ, ਉਹਨਾਂ ਨੇ ਇੰਨੀ ਤੇ ਕਹਿਤੀ ਕਿ ਚਿੰਤਾ ਦਾ ਵਿਸ਼ਾ ਹੈ, ਪਰ ਇਹ ਨਹੀਂ ਆਖਿਆ ਕਿ ਅਗਲੀ ਮਹਾਮਾਰੀ ਦਾ ਲਹਿਰ ਦਾ ਕਾਰਨ ਬਣੇਗਾ ਜਾਂ ਨਹੀਂ ਬਣੇਗਾ। ਭਾਰਤ ਦੇ ਮਾਹਰ ਵੀ ਇਹ ਗੱਲ ਨਹੀਂ ਆਖ ਰਹੇ ਕਿ ਇਹ ਜਿਹੜਾ ਹੁਣ ਡੈਲਟਾ ਪਲੱਸ ਹੈ, ਇਸ ਦੇ ਨਾਲ ਤੀਜੀ ਲਹਿਰ ਜਿਹੜੀ ਆ ਉਹ ਆਵੇਗੀ ਹੀ ਆਵੇਗੀ। ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ। ਸੋ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ, ਅਜੇ ਚਿੰਤਾ ਕਰਨ ਦੀ ਲੋੜ ਹੈ, ਸਾਵਧਾਨ ਰਹਿਣ ਦੀ ਲੋੜ ਹੈ। ਹੁਣ ਕਈ ਦੇਸ਼ਾਂ ਨੇ, ਤੁਹਾਨੂੰ ਪਤਾ ਸਵਲੀਨ ਜੀ, ਕਿ ਉਹਨਾਂ ਨੇ ਇਹ ਕਹਿ ਦਿੱਤਾ ਕਿ ਮਾਸਕ ਹੁਣ ਤੁਸੀਂ ਜਿਨ੍ਹਾਂ ਨੇ 2 ਡੋਜ਼ਾਂ ਲਗਵਾ ਲਈਆਂ ਨੇ ਮਾਸਕ ਨਾ ਪਾਓ। USA ਨੇ ਵੀ ਕਹਿ ਦਿੱਤਾ, ਕੈਨੇਡਾ ਵਿੱਚ ਵੀ ਗੱਲ ਹੋ ਰਹੀ ਹੈ, ਯੂਰਪ ਦੇ ਕਈ ਮੁਲਕਾਂ 'ਚ, ਇਜ਼ਰਾਈਲ ਦੇ ਵਿੱਚ ਵੀ ਹੋਈ ਸੀ, ਉਹਨਾਂ ਨੇ ਵੀ ਕਿਹਾ ਸੀ। ਪਰ ਜਦੋਂ ਉਹਨਾਂ ਨੇ ਡੈਲਟਾ ਵੇਰੀਐਂਟ ਦੇਖਿਆ ਤੇ ਇਹੋ ਜਿਹੇ ਲੋਕ ਉੱਥੇ ਕੇਸ ਸਾਹਮਣੇ ਆਏ ਜਿਨ੍ਹਾਂ ਨੇ 2 ਟੀਕੇ ਲਗਵਾਏ ਵੀ ਹੋਏ ਸੀ, ਫਿਰ ਵੀ ਉਹ ਡੈਲਟਾ ਦਾ ਸ਼ਿਕਾਰ ਹੋਏ ਤੇ ਮੌਤਾਂ ਵੀ ਹੋਈਆਂ। ਪਰ ਇਹ ਫਿਰ ਵੀ ਟੀਕਾਕਰਨ ਨੂੰ ਬਿਹਤਰ ਮੰਨਿਆ ਜਾ ਰਿਹਾ। ਆਮ ਲੋਕਾਂ ਨੂੰ ਹਸਪਤਾਲ ਨਹੀਂ ਜਾਣਾ ਪੈਂਦਾ, ਘਰਾਂ ਵਿੱਚ ਹੀ ਉਹਨਾਂ ਦਾ ਇਲਾਜ ਹੋ ਸਕਦਾ ਹੈ। ਡੈਲਟਾ ਵੇਰੀਐਂਟ ਦਾ ਇਲਾਜ ਜਿਹੜਾ ਹੈ ਉਹ ਹੋ ਸਕਦਾ ਹੈ, ਹੁਣ ਤਕਨੀਕਾਂ ਅੱਗੇ ਨਾਲੋਂ ਬਿਹਤਰ ਹੋ ਰਹੀਆਂ, ਪਰ ਟੀਕਾਕਰਨ ਹੀ ਅਸਲੀ ਜਿਹੜੀ ਗੱਲ ਹੈ ਉਹ ਦੱਸੀ ਜਾ ਰਹੀ ਹੈ। ਮਤਲਬ ਤੀਸਰੀ ਲਹਿਰ ਤੋਂ ਵੀ ਬਚਾਏਗਾ ਟੀਕਾਕਰਨ। ਹਾਂਜੀ, ਤੇ ਮਾਸਕ ਦੀ ਮੈਂ ਗੱਲ ਕੀਤੀ ਸੀ, ਪਰ WHO ਨੇ ਗੱਲ ਆਖ ਦਿੱਤੀ ਹੈ ਕਿ ਭਾਵੇਂ ਤੁਸੀਂ ਦੋਹਰਾ ਟੀਕਾ ਲਗਵਾ ਲਿਆ ਹੈ, ਪਰ ਤੁਸੀਂ ਮਾਸਕ ਅਜੇ ਨਾ ਲਾਓ। ਸਮਾਜਿਕ ਦੂਰੀ ਜਿਹੜੀ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ ਤੇ ਕਰਾਊਡਡ ਏਰੀਆ ਦੇ ਵਿੱਚ ਨਾ ਜਾਓ ਤੇ ਆਪੋ ਆਪਣਾ ਬਚਾਅ ਰੱਖੋ ਤੇ ਟੀਕੇ ਨਹੀਂ ਲਗਵਾਏ ਤੇ ਛੇਤੀ ਲਗਵਾ ਲਓ। ਇਹ ਉਹਨਾਂ ਦੀ ਵਾਰਨਿੰਗ ਆ। ਹੁਣ ਇਹ ਕੁਝ ਭਾਰਤ ਦੇ ਬਾਰੇ ਇੱਕ ਮੈਗਜ਼ੀਨ ਹੈ, ਮੀਡੀਆ ਗਰੁੱਪ ਹੈ, ਬਲੂਮਬਰਗ ਹੈ, ਜੋ ਆਮ ਤੌਰ ਤੇ ਫਾਈਨੈਂਸ਼ੀਅਲ ਜਿਹੜੇ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਅਮਰੀਕਾ ਦੇ ਵਿੱਚੋਂ ਨਿਕਲਦੇ ਨੇ, ਉਹਨਾਂ ਦਾ ਗਰੁੱਪ ਹੈ। ਤੇ ਉਹਨਾਂ ਨੇ ਇੱਕ ਰਿਪੋਰਟ ਜਿਹੜੀ ਪ੍ਰਕਾਸ਼ਿਤ ਕੀਤੀ, ਉਹਨਾਂ ਨੇ ਕਿਹਾ ਕਿ ਇਹ ਜਿਹੜਾ ਆ ਟੀਕਾਕਰਨ, ਭਾਵੇਂ ਭਾਰਤ ਨੇ 88 ਲੱਖ ਦਾ ਰਿਕਾਰਡ ਇੱਕ ਦਿਨ ਵਿੱਚ ਬਣਾ ਲਿਆ, ਪਰ ਉਹਨਾਂ ਨੇ ਕਿਹਾ ਕਿ ਅਜੇ ਵੀ ਦਿੱਲੀ ਬਹੁਤ ਦੂਰ ਹੈ, ਅਜੇ ਉਹ ਗੱਲ ਬਣਨ ਵਾਲੀ ਨਹੀਂ। ਉਹਨਾਂ ਨੇ ਜਾਣਕਾਰੀ ਜਿਹੜੀ ਦਿੱਤੀ ਹੈ ਬਲੂਮਬਰਗ, ਉਹਨਾਂ ਦੀ ਰਿਪੋਰਟ ਦੇ ਵਿੱਚ, ਕਿ ਜੇ ਅਸੀਂ ਉਮੀਦ ਕਰੀਏ ਕਿ 32 ਲੱਖ ਦੇ ਆਸ-ਪਾਸ, 30 ਤੋਂ 32 ਲੱਖ ਦੇ ਆਸ-ਪਾਸ ਟੀਕੇ ਜਿਹੜੇ ਨੇ ਭਾਰਤ ਵਾਲੇ ਰੋਜ਼ ਲਾਉਂਦੇ ਨੇ, ਤੇ ਇਸ ਹਿਸਾਬ ਨਾਲ ਇਸ ਸਾਲ ਦੇ ਐਂਡ ਤੱਕ 45% ਲੋਕਾਂ ਨੂੰ ਟੀਕਾ ਜਿਹੜਾ ਭਾਰਤ ਦੇ ਵਿੱਚ ਲੱਗੇਗਾ। ਹੁਣ ਜੇ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਮਾਰਚ 2022 ਤੱਕ, ਭਾਵ ਅਗਲੇ ਸਾਲ ਤੱਕ 60% ਆਬਾਦੀ ਨੂੰ ਟੀਕਾ ਲੱਗੇਗਾ। ਤੇ ਇਸ ਦੇ ਨਾਲ ਇਹ ਜਿਹੜਾ ਨਵਾਂ ਡੈਲਟਾ ਪਲੱਸ ਹੈ ਜਾਂ ਪਿਛਲੀ ਡੈਲਟਾ ਹੈ, ਇਸ ਨੂੰ ਰੋਕਣ ਦੇ ਵਿੱਚ ਖਾਸ ਮਦਦ ਨਹੀਂ ਮਿਲਣੀ। ਜਿਹੜੀ ਲੋਕਾਂ ਦੀ ਇਮਿਊਨਿਟੀ, ਹਰਡ ਇਮਿਊਨਿਟੀ ਆਪਣੇ ਆਪ ਬਣ ਚੁੱਕੀ ਹੈ, ਉਹ ਵੀ ਉਦੋਂ ਤੱਕ ਖਤਮ ਹੋ ਜਾਵੇਗੀ ਤੇ ਤੀਸਰੀ ਲਹਿਰ ਬਣਨ ਦੇ ਵਿੱਚ ਭਾਰਤ ਨੂੰ ਰੋਕਣ ਦੇ ਵਿੱਚ ਮੁਸ਼ਕਲ ਆਵੇਗੀ, ਬਸ਼ਰਤੇ ਕਿ ਟੀਕਾਕਰਨ ਦੇ ਵਿੱਚ ਉਹ ਖਾਸ ਤਰੀਕੇ ਨਾਲ ਤੇਜ਼ੀ ਲੈ ਆਉਣ। ਹੁਣ ਟੀਕਾਕਰਨ ਭਾਰਤ ਨੇ ਇੱਕ ਪਾਸੇ ਦਾ ਰਿਕਾਰਡ ਬਣਾ ਕੇ ਕਹਿ ਦਿੱਤਾ, ਰਿਕਾਰਡ ਤੇ ਵੀ ਉਂਗਲੀਆਂ ਉੱਠੀਆਂ ਕਿ ਕਿਸ ਤਰ੍ਹਾਂ ਬਣਾਇਆ ਗਿਆ, ਪਰ ਜਿਸ ਚੀਜ਼ ਦਾ ਰਿਕਾਰਡ ਵੀ ਬਣਾਇਆ ਗਿਆ ਉਸ ਹਿਸਾਬ ਨਾਲ ਵੀ ਤੁਸੀਂ ਲਾ ਲਓ ਕਿ ਸਾਨੂੰ ਅਜੇ ਕਿੰਨਾ ਟਾਈਮ ਲੱਗਣਾ ਹੈ ਇਹ ਸਾਨੂੰ ਟੀਕਾਕਰਨ ਦੇ ਵਿੱਚ। ਅਜੇ ਭਾਰਤ ਦੀ 18-19% ਆਬਾਦੀ ਜਿਹੜੀ ਹੈ ਉਸ ਦਾ ਟੀਕਾਕਰਨ ਹੋਇਆ, ਅਜੇ ਬਹੁਤ ਸਮਾਂ ਲੱਗੇਗਾ ਜਦੋਂ ਸਾਰਿਆਂ ਨੂੰ ਟੀਕੇ ਲੱਗ ਜਾਣਗੇ ਜਾਂ ਮੈਜੋਰਟੀ ਨੂੰ ਟੀਕੇ ਲੱਗ ਜਾਣਗੇ, ਜਿਸ ਨਾਲ ਬਿਮਾਰੀ ਆ ਜਾਂ ਨਵਾਂ ਵੇਰੀਐਂਟ ਆ ਫੈਲਣ ਦੇ ਵਿੱਚ, ਨਵੀਂ ਲਹਿਰ ਦਾ ਆਉਣ ਦੇ ਵਿੱਚ ਕੋਈ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਕੋਈ ਵਾਕਈ ਉਹਦਾ ਮੁਕਾਬਲਾ ਕਰਨ ਲਈ ਕੋਈ ਕੰਧ ਖੜੀ ਕਰ ਲਈ ਹੈ। ਮਤਲਬ ਅਜੇ ਸਤਰਕ ਰਹਿਣ ਦੀ ਪੂਰੀ ਤਰ੍ਹਾਂ ਲੋੜ ਹੈ। ਪੂਰੀ ਤਰ੍ਹਾਂ ਲੋੜ ਹੈ ਸਤਰਕ ਰਹਿਣ ਦੀ। ਚਲੋ ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ। ਕਿਸਾਨ ਅੰਦੋਲਨ ਦੀ ਗੱਲ ਕਰੀਏ ਤੇ 7 ਮਹੀਨੇ ਅੱਜ ਪੂਰੇ ਹੋ ਗਏ ਨੇ ਕਿਸਾਨ ਅੰਦੋਲਨ ਨੂੰ, ਤੇ ਅੱਜ ਕਿਸਾਨ ਜਥੇਬੰਦੀਆਂ ਨੇ ਕੀ ਕੁਝ ਖਾਸ ਕੀਤਾ ਦਿੱਲੀ ਦੇ ਬਾਰਡਰਾਂ ਤੇ? ਸਬਲੀਨ ਜੀ, ਇਸ ਤਰ੍ਹਾਂ ਨਾ ਆਖੀਏ, ਦਿੱਲੀ ਦੀਆਂ ਸੜਕਾਂ ਤੇ ਸਰਹੱਦਾਂ ਤੇ ਬੈਠਿਆਂ ਨੂੰ 7 ਮਹੀਨੇ ਹੋ ਗਏ ਨੇ, ਇਹ ਆਖ ਰਹੀ ਹੈ। 26 ਤਰੀਕ ਨਾਲ ਹੀ ਕੋਈ ਵਾਸਤਾ ਹੈ। 26 ਜਨਵਰੀ ਨੂੰ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਦੋਂ ਕਿਸਾਨ ਅੰਦੋਲਨ ਨੂੰ ਠੇਸ ਲੱਗੀ ਤੇ ਕਿਸਾਨ ਅੰਦੋਲਨ ਜਿਹੜਾ ਸੀ ਥੋੜਾ ਜਿਹਾ ਪਿਛਾਂਹ ਨੂੰ ਮੁੜਿਆ ਜਾਂ ਰੁਕ ਗਿਆ ਜਾਂ ਖੜੋਤ ਆ ਗਏ। ਪਰ ਹੁਣ ਇਸ ਦਾ ਪੱਧਰ ਜਿਹੜਾ ਵਿਆਪਕ ਹੈ। ਜੇ ਅਸੀਂ ਉਸ ਤੋਂ ਪਹਿਲਾਂ ਲਾਈਏ ਤੇ ਇਹ ਜ਼ਿਆਦਾ ਕਰਕੇ ਪੰਜਾਬ ਦਾ, ਕੁਝ ਹੱਦ ਤੱਕ ਹਰਿਆਣੇ ਦਾ ਹੀ ਅੰਦੋਲਨ ਸੀ, ਹੁਣ ਇਹ ਸਾਰੇ ਪਾਸੇ ਫੈਲ ਗਿਆ। ਹੁਣ ਤਾਜ਼ੀਆਂ ਖਬਰਾਂ ਜਿਹੜੀਆਂ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਆ ਰਹੀਆਂ ਨੇ ਕਿ ਰਕੇਸ਼ ਟਕੈਤ ਨੂੰ ਗ੍ਰਿਫਤਾਰ ਕਰ ਲਿਆ। ਰਕੇਸ਼ ਟਕੈਤ ਨੇ ਗੱਲ ਕੀਤੀ ਹੈ ਕਿ ਅਸੀਂ ਟਰੈਕਟਰ ਮਾਰਚ ਕਰਨਾ ਹੈ ਫਿਰ ਇੱਕ ਵਾਰੀ ਦਿੱਲੀ ਦੇ ਆਸ-ਪਾਸ। ਉਹਨਾਂ ਨੇ ਤੇ ਕਿ ਹਾਸੇ ਹੋਣੀਆਂ ਗੱਲਾਂ ਵੀ ਕਰਦੇ ਨੇ, ਉਹ ਕਹਿੰਦੇ ਨੇ ਕਿ ਕਿਸਾਨਾਂ ਦੇ ਟਰੈਕਟਰਾਂ ਨੂੰ ਦਿੱਲੀ ਦਾ ਰਸਤਾ ਭੁੱਲ ਨਾ ਜਾਵੇ
ਤੇ ਸਰਕਾਰ ਨੂੰ ਵੀ ਚੇਤਾ ਰਵੇ ਕਿ ਅਸੀਂ ਜਿਉਂਦੇ ਹਾਂ ਅਜੇ ਤੇ ਅਸੀਂ ਇਹ ਮਾਰਚ ਕਰਨਾ। ਹੁਣ ਸਾਰੇ ਦੇਸ਼ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਕਿ ਰਾਜ ਭਵਨਾਂ ਦੇ ਵਿੱਚ ਜਾ ਕੇ ਲੋਕਤੰਤਰ ਬਚਾਓ ਤੇ ਖੇਤੀ ਬਚਾਓ ਦਾ ਨਾਅਰਾ ਜਿਹੜਾ ਹੈ ਉਹ ਦੇ ਕੇ ਤੇ ਫਿਰ ਸਾਰੇ ਜਗ੍ਹਾ ਤੇ ਰਾਜਪਾਲਾਂ ਨੂੰ ਰਾਜ ਭਵਨਾਂ ਦੇ ਵਿੱਚ, ਮੁੱਖ ਮੰਤਰੀਆਂ ਨੂੰ ਨਹੀਂ, ਰਾਜਪਾਲਾਂ ਨੂੰ ਜਿਹੜੇ ਹਨ ਉਹ ਮੰਗ ਪੱਤਰ ਦਿੱਤੇ ਜਾਣੇ ਨੇ, ਆਪਣੀ ਜਿਹੜੀ ਮੰਗਾਂ ਦੀ ਸੂਚੀ ਆ ਦਿੱਤੀ ਜਾਵੇਗੀ, ਉਹਨਾਂ ਨੂੰ ਮੈਮੋਰੈਂਡਮ ਦਿੱਤੇ ਜਾਣਗੇ ਤਾਂ ਕਿ ਉਹ ਦੇਸ਼ ਦੇ ਰਾਸ਼ਟਰਪਤੀ ਤੱਕ ਪਹੁੰਚਾਉਣ। ਕਿਉਂ ਅੱਜ ਦਾ ਦਿਨ ਕਿਉਂ ਚੁਣ ਲਿਆ? ਉਹ ਇਸ ਕਰਕੇ ਜ਼ਿਆਦਾ ਕਿਉਂਕਿ 25 ਜੂਨ ਨੂੰ ਬਹੁਤ ਸਾਲ ਪਹਿਲਾਂ ਐਮਰਜੈਂਸੀ ਲੱਗੀ ਸੀ 1970 ਦੇ ਵਿੱਚ। ਇੰਦਰਾ ਗਾਂਧੀ ਤੇ ਉਸਦੇ ਲਾਡਲੇ ਪੁੱਤਰ ਸੰਜੇ ਗਾਂਧੀ ਨੇ ਦੇਸ਼ ਦੇ ਵਿੱਚ ਇਹੋ ਜਿਹੀ ਸਥਿਤੀ ਬਣਾ ਲਈ ਕਿ ਜਿੱਥੇ ਉਹ ਸਮਝਦੇ ਸਨ ਕਿ ਸਾਨੂੰ ਸਾਡੇ ਖਿਲਾਫ ਕੁਝ ਆਵਾਜ਼ਾਂ ਉੱਠ ਰਹੀਆਂ ਨੇ ਤੇ ਸਾਡੀ ਸਰਕਾਰ ਨੂੰ ਕੋਈ ਇਸ ਤਰ੍ਹਾਂ ਚੈਲੰਜ ਨਹੀਂ ਕਰ ਸਕਦਾ ਤੇ ਅਸੀਂ ਇਸ ਤਰ੍ਹਾਂ ਦਾ ਕੋਈ ਕੰਮ ਕਰੀਏ ਕਿ ਜਿਸ ਦੇ ਨਾਲ ਸਾਰੀਆਂ ਆਵਾਜ਼ਾਂ ਦਬੀਆਂ ਜਾਣ। ਉਦੋਂ ਮੀਡੀਆ ਦਾ ਵੀ ਇੰਨਾ ਬੋਲਬਾਲਾ ਨਹੀਂ ਸੀ ਤੇ ਉਹਨਾਂ ਨੇ ਠੋਕ ਵਜਾ ਕੇ ਐਮਰਜੈਂਸੀ ਦਾ ਐਲਾਨ ਕੀਤਾ। ਉਸ ਵੇਲੇ ਦੇ ਰਾਸ਼ਟਰਪਤੀ ਫਖਰੁਦੀਨ ਅਲੀ ਅਹਿਮਦ ਸਨ, ਉਹਨਾਂ ਤੋਂ ਐਮਰਜੈਂਸੀ ਦਾ ਐਲਾਨ ਕਰਵਾ ਕੇ ਦੇਸ਼ ਭਰ ਦੇ ਵਿੱਚ ਤਕਰੀਬਨ 2 ਸਾਲ ਵਾਸਤੇ ਜਿਹੜੀ ਐਮਰਜੈਂਸੀ ਉਹ ਲਾ ਛੱਡੀ। ਉਸ ਤੋਂ ਬਾਅਦ ਚੋਣਾਂ ਹੋਈਆਂ ਤੇ ਬੀਬੀ ਇੰਦਰਾ ਜੀ ਤੇ ਉਹਨਾਂ ਦਾ ਪੁੱਤਰ ਵੀ ਚੋਣ ਹਾਰ ਗਏ। ਸਾਰੀਆਂ ਗੱਲਾਂ ਹੋਈਆਂ ਬਾਅਦ ਵਿੱਚ ਨੇ। ਪਰ ਉਸ ਘਟਨਾ ਨੂੰ ਯਾਦ ਕਰਦੇ ਹੋਏ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਦੋਂ ਸਰਕਾਰ ਨੇ ਐਮਰਜੈਂਸੀ ਐਲਾਨ ਦਿੱਤੀ ਸੀ, ਰਾਸ਼ਟਰਪਤੀ ਤੋਂ ਐਲਾਨ ਕਰਵਾ ਦਿੱਤਾ ਸੀ ਕਿ ਐਮਰਜੈਂਸੀ ਹੈ, ਸਾਰਿਆਂ ਨੂੰ ਡੱਕ ਦਿੱਤਾ ਸੀ ਜੇਲ੍ਹਾਂ ਦੇ ਵਿੱਚ ਤੇ ਇੱਥੋਂ ਤੱਕ ਕਿ ਯੂਨੀਵਰਸਿਟੀ ਦੇ ਵਿੱਚ ਵੀ ਪੁਲਿਸ ਲੱਗ ਗਈ ਸੀ ਤੇ ਜੋ ਸਰਕਰਦਾ ਆਗੂ ਸਨ ਦੇਸ਼ ਦੇ ਸਾਰੇ ਜੇਲ੍ਹਾਂ ਵਿੱਚ ਡੱਕ ਦਿੱਤੇ ਤੇ ਜੋ ਕੋਈ ਆਵਾਜ਼ ਉਠਾਉਂਦਾ ਸੀ ਤੇ ਉਹਨਾਂ ਸਾਰਿਆਂ ਨੂੰ ਬੰਦ ਕਰ ਦਿੱਤਾ ਸੀ। ਉਸ ਦੀ ਯਾਦ ਵਜੋਂ, ਉਸ ਦੇ ਇੰਨੇ ਸਾਲ ਬੀਤ ਜਾਣ ਦੇ ਬਾਅਦ ਇਹ ਜਿਹੜਾ ਸੀ 25 ਜੂਨ ਨੂੰ ਜਿਹੜੀ ਐਮਰਜੈਂਸੀ ਐਲਾਨੀ ਗਈ ਸੀ, ਅਸੀਂ ਇਹ 26 ਜੂਨ ਨੂੰ ਜਿਹੜਾ ਰੱਖਿਆ ਤੇ ਇਸ ਕਰਕੇ ਅਸੀਂ ਲੋਕਤੰਤਰ ਬਚਾਓ ਦਾ ਕਿ ਉਦੋਂ ਐਲਾਨੀ ਹੋਈ ਐਮਰਜੈਂਸੀ ਸੀ, ਹੁਣ ਅਣਐਲਾਨੀ ਐਮਰਜੈਂਸੀ ਹੈ ਤੇ ਅਸੀਂ ਇਸ ਕਰਕੇ ਇਹ ਜਿਹੜਾ ਹੈ ਵਿਰੋਧ ਕਰ ਰਹੇ ਹਾਂ। ਕਿਸਾਨਾਂ ਨੇ ਆਵਾਜ਼ ਉਠਾਈ ਹੈ ਪੂਰੇ ਜ਼ੋਰ ਨਾਲ। ਅੱਜ ਇੱਕ ਵਾਰੀ ਫੇਰ ਕਿਸਾਨ ਵਿਹਲੇ ਵੀ ਹੋ ਰਹੇ ਨੇ ਝੋਨੇ ਦੀ ਲਵਾਈ ਤੋਂ ਹੌਲੀ ਹੌਲੀ ਤੇ ਸਰਕਾਰ ਤੇ ਦਬਾਅ ਘਟਣ ਵਾਲਾ ਨਹੀਂ ਹੈ। ਰਕੇਸ਼ ਟਕੈਤ ਨੂੰ ਗ੍ਰਿਫਤਾਰ ਕਰਕੇ ਕਿੰਨੀ ਦਿਨ ਅੰਦਰ ਰੱਖਦੇ ਨੇ, ਹਲੇ ਅਪੁਸ਼ਟ ਖਬਰ ਹੈ, ਮੈਂ ਇਸ ਕਰਕੇ ਨਹੀਂ ਬਹੁਤੀ ਇਸ ਦੀ ਗੱਲ ਕਰ ਰਿਹਾ। ਹੋ ਸਕਦਾ ਹੋਰਨਾਂ ਆਗੂਆਂ ਨੂੰ ਵੀ ਗ੍ਰਿਫਤਾਰ ਕਰਨ। ਪੰਜਾਬ ਦੇ ਆਗੂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚ ਗਏ ਨੇ, ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਪਹੁੰਚ ਗਏ ਨੇ। ਹਰਿਆਣੇ ਦੇ ਗੁਰਦੁਆਰਾ ਨਾਢਾ ਸਾਹਿਬ ਦੇ ਵਿੱਚ ਪਹੁੰਚ ਗਏ ਨੇ। ਪੰਚਕੂਲੇ ਤੋਂ ਉਹ ਆਪਣੇ ਰਾਜ ਭਵਨ ਵੱਲ ਨੂੰ ਜਾਣਗੇ ਤੇ ਪੰਜਾਬ ਵਾਲੇ ਵੀ ਜਾਣਗੇ ਤੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਤਾਂ ਕਿ ਰਾਸ਼ਟਰਪਤੀ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਕਿ ਲੋਕਤੰਤਰਿਕ ਤਰੀਕੇ ਨਾਲ ਚੁਣੀ ਹੋਈ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਤੇ ਅਸੀਂ ਹੁਣ ਰਾਸ਼ਟਰਪਤੀ ਤੱਕ ਪਹੁੰਚ ਕਰ ਰਹੇ ਤੇ ਦੁਨੀਆ ਦੇ ਵਿੱਚ ਵੀ ਮੁਜ਼ਾਹਰੇ ਹੋ ਰਹੇ ਨੇ। ਪਰ ਇਸ ਦੇ ਖਿਲਾਫ ਕਿਤੇ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਸ ਗੱਲ ਬਾਰੇ ਅਜੇ ਕੋਈ ਪਤਾ ਨਹੀਂ। ਪੰਜਾਬ ਸਰਕਾਰ ਵੱਲੋਂ ਇੱਕ ਕਿਸਮ ਦੀ ਹਮਾਇਤ ਹੋਵੇਗੀ ਇਸ ਮਾਰਚ ਨੂੰ ਜਾਂ ਅੱਜ ਦੇ ਰੋਸ ਮੁਜ਼ਾਹਰੇ ਨੂੰ। ਹਰਿਆਣੇ ਵੱਲੋਂ ਕੀ ਵਾਪਰਦਾ ਇਹ ਦੇਖਣਾ ਬਣਦਾ ਜੀ। ਆਪਣੇ ਮਾਹਿਰ ਮਹਿਮਾਨ ਦੇ ਨਾਲ ਚਰਚਾ ਇਸ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਹੁਣ ਗੱਲ ਕਰਦੇ ਹਾਂ ਅਮਰੀਕਾ ਦੀ, ਜਿੱਥੇ ਪੁਲਿਸ ਹੱਥੋਂ ਮਾਰੇ ਗਏ ਵਿਅਕਤੀ ਦੇ ਕੇਸ ਵਿੱਚ ਅਫਸਰ ਨੂੰ ਹੀ ਸਜ਼ਾ ਹੋ ਗਈ ਹੈ। ਕੀ ਹੈ ਜੀ ਪੂਰਾ ਮਾਮਲਾ? ਇਹ ਤਕਰੀਬਨ 25 ਜੁਲਾਈ ਸਨ 2020 ਦੇ ਵਿੱਚ ਇਹ ਘਟਨਾ ਵਾਪਰੀ ਜੀ। ਸਾਰੀ ਦੁਨੀਆ ਨੂੰ ਇਸ ਘਟਨਾ ਨੇ ਹਿਲਾ ਕੇ ਰੱਖ ਦਿੱਤਾ। ਮਿਨੀਐਪੋਲਿਸ ਉਹਨਾਂ ਦਾ ਸ਼ਹਿਰ ਹੈ USA ਦਾ ਜੀ। ਉੱਥੇ ਇੱਕ ਵਿਅਕਤੀ ਨੂੰ ਇੱਕ ਸਟੋਰ ਦੇ ਉੱਪਰ ਨਕਲੀ ਕੋਈ ਨੋਟ ਦੇਣ ਦੇ ਮਾਮਲੇ ਦੇ ਵਿੱਚ ਜਾਂ ਉੱਥੇ ਲੜਾਈ ਝਗੜਾ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੂੰ ਸੱਦਿਆ ਗਿਆ। ਜਾਰਜ ਫਲਰਡ ਨਾਂ ਦਾ ਵਿਅਕਤੀ ਸੀ। ਪੁਲਿਸ ਨਾਲ ਉਸਦੀ ਥੋੜੀ ਬਹੁਤੀ ਜਾਣ ਪਛਾਣ ਸੀ। ਸਿਆਹਫਾਮ ਰੰਗ ਦਾ ਸੀ, ਉਹ ਕਾਲੇ ਮੂਲ ਦਾ ਵਿਅਕਤੀ ਸੀ ਤੇ ਉਸ ਨੂੰ ਪੁਲਿਸ ਨੇ ਆ ਕੇ ਗ੍ਰਿਫਤਾਰ ਕਰ ਲਿਆ। ਹੁਣ ਡੈਰੇਕ ਚੌਵਿਨ ਨਾਂ ਦਾ ਇਹ ਜਿਹੜਾ ਪੁਲਿਸ ਅਫਸਰ ਸੀ ਆਪਣੇ ਹੋਰ ਸਾਥੀਆਂ ਨਾਲ ਉੱਥੇ ਆਇਆ। ਇਸਨੇ ਉਸ ਨੂੰ ਪਿੱਛੇ ਹੱਥਕੜੀ, ਆਮ ਤੌਰ ਤੇ ਪਿੱਛੇ ਲਾਈ ਜਾਂਦੀ ਹੱਥਕੜੀ, ਔਰ ਪਿੱਛੇ ਲਾ ਕੇ ਕੜੀ ਤੇ ਉਸ ਨੂੰ ਥੱਲੇ ਸੁੱਟ ਲਿਆ। ਜਾਂ ਸਟਰਗਲ ਕਰ ਰਿਹਾ ਹੋਏਗਾ ਜਾਂ ਛੁੱਟਣ ਦੀ ਕੋਸ਼ਿਸ਼ ਕਰਦਾ ਹੋਏਗਾ ਜਾਂ ਜੋ ਵੀ ਹੈ, ਉਸ ਨੂੰ ਥੱਲੇ ਸੁੱਟ ਲਿਆ। ਸੁੱਟ ਕੇ ਤਾਂ ਉਹਦੀ ਧੌਣ ਤੇ ਜਿਹੜਾ ਗੋਡਾ ਰੱਖਿਆ, ਤਕਰੀਬਨ 8-9 ਮਿੰਟ ਜਿਹੜਾ ਧੌਣ ਤੇ ਗੋਡਾ ਰੱਖ ਛੱਡਿਆ। ਤੇ ਕੋਈ ਲਾਗੇ ਮੂਵੀ ਵੀ ਬਣਾ ਰਿਹਾ ਤੇ ਉਹ ਕਹਿ ਵੀ ਰਹੇ ਨੇ ਲੋਕ ਕਿ ਉਹਨੂੰ ਸਾਹ ਨਹੀਂ ਆ ਰਿਹਾ, ਉਹਨੂੰ ਸਾਹ ਆਉਣ ਦੀ ਸਮੱਸਿਆ ਹੈ, ਦੇਖੋ ਕੀ ਹੋ ਰਿਹਾ। ਤੇ ਲਾਗੇ ਆਉਣ ਨਹੀਂ ਦਿੱਤਾ ਕਿਸੇ ਨੂੰ ਵੀ ਤੇ ਉਸ ਵਿਅਕਤੀ ਦੀ ਉੱਥੇ ਹੀ ਮੌਤ ਹੋ ਗਈ ਜਾਂ ਉਹਦੇ ਲਿਜਾਂਦਿਆਂ ਦੀ ਉਹਦੀ ਮੌਤ ਹੋ ਗਈ। ਦੁਨੀਆ ਭਰ ਦੇ ਵਿੱਚ ਆਵਾਜ਼ਾਂ ਉੱਠੀਆਂ ਕਿ ਬਲੈਕ ਲਾਈਵਜ਼ ਮੈਟਰ, ਇੱਕ ਹੈਸ਼ਟੈਗ ਜਿਹੜਾ ਸੀ ਉਹ ਸਾਰੀ ਦੁਨੀਆ ਦੇ ਵਿੱਚ ਚੱਲਿਆ। ਸਾਰੀ ਦੁਨੀਆ ਦੇ ਖਿਡਾਰੀਆਂ ਨੇ, ਫਿਲਮ ਦੇ ਲੋਕਾਂ ਨੇ, ਫਿਲਮ ਜਗਦਿਆਂ ਨੇ, ਰਾਜਨੀਤੀਵਾਨਾਂ ਨੇ, ਸਮਾਜ ਸੇਵੀਆਂ ਨੇ ਗੱਲ ਉਠਾਈ ਕਿ ਇਹ ਗੱਲ ਮਾੜੀ ਹੋਈ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਤੇ ਰੰਗ ਦੇਖ ਕੇ ਜਿਹੜੇ ਕਿਸੇ ਵਿਅਕਤੀ ਦੇ ਨਾਲ ਉਹਦਾ ਵਰਤਾਰਾ ਜਿਹੜਾ ਉਹਦੇ ਨਾਲ ਕੀਤਾ ਜਾਂਦਾ ਦੁਨੀਆ ਭਰ ਦੇ ਵਿੱਚ, ਇਹ ਮਾੜਾ। ਭਾਰਤ ਵਿੱਚ ਵੀ ਆਵਾਜ਼ਾਂ ਉੱਠੀਆਂ। ਵੈਸਟ ਇੰਡੀਜ਼ ਦੇ ਇੱਕ ਪਲੇਅਰ ਜੋ IPL ਵਿੱਚ ਖੇਡਦੇ ਸੀ, ਉਹਨਾਂ ਨੇ ਬਾਅਦ ਵਿੱਚ ਗੱਲ ਕੀਤੀ ਕਿ ਮੈਨੂੰ ਆਪਣੀ ਟੀਮ ਦੇ ਵਿੱਚ ਇਸ ਤਰ੍ਹਾਂ ਨਾਂ ਲੈ ਕੇ ਬੁਲਾਇਆ ਜਾਂਦਾ ਸੀ, ਕਾਲੂ ਕਾਲੂ ਆਖਿਆ ਜਾਂਦਾ ਸੀ। ਠੀਕ ਹੈ, ਸਾਰੀਆਂ ਆਵਾਜ਼ਾਂ ਉੱਠੀਆਂ, ਪ੍ਰਦਰਸ਼ਨ ਵੀ ਹੋਏ ਦੁਨੀਆ ਭਰ ਦੇ ਵਿੱਚ।
ਸੋ ਦੁਨੀਆ ਵਿੱਚ ਖਬਰ ਫੈਲ ਗਈ ਤੇ ਉੱਥੇ ਦੰਗੇ ਹੋਣ ਤੱਕ ਗੱਲ ਜਿਹੜੀ ਸੀ ਉਹ USA ਦੇ ਵਿੱਚ ਪਹੁੰਚੀ। ਖੈਰ ਨਿਆਂ ਪ੍ਰਕਿਰਿਆ ਜਿਹੜੀ ਸੀ ਸ਼ੁਰੂ ਹੋਈ। ਉਸ ਪ੍ਰਕਿਰਿਆ ਦੇ ਵਿੱਚ ਇਸ 45 ਸਾਲਾ ਪੁਲਿਸ ਅਫਸਰ ਨੂੰ ਮਿਨੀਐਪੋਲਿਸ ਦੇ ਨੂੰ ਉਸ ਨੂੰ ਦੋਸ਼ੀ ਪਾਇਆ ਗਿਆ ਕਿ ਇਸਨੇ ਜਿਹੜਾ ਸੀ ਆਪਣੀ ਡਿਊਟੀ ਦਾ ਪਾਲਣਾ ਨਹੀਂ ਕੀਤੀ ਤੇ ਖਾਮਖਾਹ ਉਸ ਦੀ ਧੌਣ ਤੇ ਗੋਡਾ ਰੱਖ ਕੇ ਉਹਦਾ ਸਾਹ ਬੰਦ ਕਰ ਦਿੱਤਾ, ਜਦ ਕਿ ਉਸ ਕੋਈ ਮੈਡੀਕਲ ਕੰਡੀਸ਼ਨ ਇਹੋ ਜਿਹੀ ਨਹੀਂ ਸੀ ਕਿ ਜਿਸ ਨਾਲ ਉਹਦੀ ਇਦਾਂ ਮੌਤ ਹੋ ਜਾਂਦੀ। ਉਹ ਥੱਲੇ ਲੰਮਾ ਪਿਆ ਰੌਲਾ ਪਾ ਰਿਹਾ ਸੀ ਕਿ ਮੈਨੂੰ ਸਾਹ ਨਹੀਂ ਆ ਰਿਹਾ, ਮੈਨੂੰ ਛੱਡ ਦਿਓ, ਮੈਨੂੰ ਛੱਡ ਦਿਓ, ਮੈਨੂੰ ਖੜਾ ਹੋ ਲੈਣ ਦੇ, ਮੈਨੂੰ ਸਿੱਧਾ ਹੋ ਲੈਣ ਦੇ। ਪਰ ਉਸਦੀ ਗੱਲ ਨਹੀਂ ਸੁਣੀ ਗਈ ਤੇ ਉਸਦੀ ਮੌਤ ਹੋ ਗਈ। ਛੋਟੇ ਛੋਟੇ ਬੱਚੇ ਨੇ ਉਸਦੇ। ਹੁਣ ਜਾਰਜ ਫਲੋਇਡ ਦਾ ਕੇਸ ਜਿਹੜਾ ਸੀ, ਕਿਉਂਕਿ ਇੰਨਾ ਜ਼ਿਆਦਾ ਪ੍ਰਦਰਸ਼ਿਤ ਹੋ ਗਿਆ, ਕੇਸ ਚੱਲਿਆ, ਕੇਸ ਦੇ ਵਿੱਚ ਇਹ ਸਾਬਤ ਹੋ ਗਿਆ ਕਿ ਇਸਨੇ ਆਪਣੀ ਡਿਊਟੀ ਦੀ ਪਾਲਣਾ ਨਹੀਂ ਕੀਤੀ। ਹੁਣ ਉਸ ਪੁਲਿਸ ਅਫਸਰ ਨੂੰ 22.5 ਸਾਲ ਕੈਦ ਦਾ ਹੁਕਮ ਸੁਣਾਇਆ ਗਿਆ, ਜਦ ਕਿ ਇਹ ਧਿਰ ਵੱਲੋਂ ਮੰਗ ਕੀਤੀ ਗਈ ਸੀ ਕਿ ਇਸ ਇਦਾਂ ਦੇ ਕੇਸਾਂ ਦੇ ਵਿੱਚ 15 ਸਾਲ ਜਿਹੜੀ ਸਜ਼ਾ ਆ ਉਹ ਦਿੱਤੀ ਜਾਂਦੀ ਹੈ। ਹੁਣ ਗੁਨਾਹਗਾਰ ਤੇ ਪਹਿਲਾਂ ਕਹਿ ਦਿੱਤਾ ਸੀ ਉਹਨਾਂ ਨੂੰ, ਤੇ ਸਜ਼ਾ ਜਿਹੜੀ ਹੈ ਕੱਲ੍ਹ ਸੁਣਾਈ ਗਈ ਹੈ। ਕਿਉਂ 22.5 ਸਾਲ ਸੁਣਾਈ ਗਈ ਹੈ? ਜੱਜ ਨੇ ਆਪਣੀ ਰੂਲਿੰਗ ਦੇ ਵਿੱਚ ਲਿਖਿਆ ਕਿ ਇਸ ਵਿਅਕਤੀ ਦੇ ਕੋਲ ਇੱਕ ਟਰਸਟ ਵਾਲਾ ਜਿਹੜਾ ਅਹੁਦਾ ਸੀ, ਉਸਨੇ ਸਾਰੀਆਂ ਡਿਊਟੀਆਂ ਨੂੰ ਸਮਝਦੇ ਹੋਏ ਇਹੋ ਜਿਹਾ ਕੰਮ ਕੀਤਾ ਕਿ ਜਿੱਥੇ ਉਹ ਸਹਿਜੇ ਹੀ ਇਸ ਤੋਂ ਜਿਹੜਾ ਸੀ ਉਹ ਛੁਟਕਾਰਾ ਪਾ ਸਕਦਾ ਸੀ, ਉਹਨੂੰ ਅਜਿਹਾ ਕੁਝ ਕਰਨ ਦੀ ਲੋੜ ਨਹੀਂ ਸੀ। ਇੱਕ ਪੁਲਿਸ ਅਫਸਰ ਹੋਣ ਦੇ ਨਾਤੇ ਉਹਨੇ ਵਿਸ਼ਵਾਸ ਲੋਕਾਂ ਦਾ ਤੋੜਿਆ, ਇਸ ਕਰਕੇ ਇਹਦੀ ਇੰਨੀ ਸਜ਼ਾ ਬਣਦੀ ਹੈ। 45 ਸਾਲਾ ਇਸ ਪੁਲਿਸ ਅਫਸਰ ਦੀ ਉਮਰ ਹੈ ਤੇ 15 ਸਾਲ ਜਦੋਂ 60 ਸਾਲਾਂ ਦਾ ਹੋਵੇਗਾ ਤੇ ਫਿਰ ਉਸ ਨੂੰ ਪੈਰੋਲ ਜਿਹੜੀ ਹੈ ਮਿਲਣ ਦੀ ਸੰਭਾਵਨਾ ਹੋਵੇਗੀ, ਜੇ ਜੇਲ੍ਹ ਦੇ ਵਿੱਚ ਉਸ ਦਾ ਕਿਰਦਾਰ ਚੰਗਾ ਹੁੰਦਾ ਤਾਂ, ਜਾਂ ਅਰਜ਼ੀ ਪਾਵੇਗਾ ਜਾਂ ਪਰਿਵਾਰ ਫਲੋਇਡ ਦਾ ਜਿਹੜਾ ਹੈ ਉਸ ਤੇ ਕੋਈ ਮਨਜ਼ੂਰੀ ਲਾਉਂਦਾ। ਹੁਣ ਅਦਾਲਤ ਦੇ ਵਿੱਚ ਇਹ ਵਿਅਕਤੀ ਪੇਸ਼ ਹੋਇਆ, ਉਹਨੇ ਥੋੜਾ ਜਿਹਾ ਅਜੀਬੋ-ਗਰੀਬੀ ਬਿਆਨ ਦਿੱਤਾ। ਹਾਲਾਂਕਿ ਉਸਨੇ ਮਾਸਕ ਪਾਇਆ ਹੋਇਆ ਸੀ, ਪਰ ਉਸਨੇ ਕੁਝ ਸਮਾਂ ਵਾਸਤੇ ਜਦੋਂ ਉਸਨੂੰ ਸਜ਼ਾ ਸੁਣਾਈ ਗਈ ਤੇ ਮਾਸਕ ਲਾ ਕੇ ਜਿਹੜੀ ਸੀ ਉਹ ਗੱਲ ਜਿਹੜੀ ਸੀ ਜਾਰਜ ਫਲੋਇਡ ਦੇ ਪਰਿਵਾਰ ਨਾਲ ਜੋ ਉੱਥੇ ਮੌਜੂਦ ਸੀ ਉਹਨਾਂ ਨੇ ਕੀਤੀ ਹੈ। ਤੇ ਉਹਨਾਂ ਨੂੰ ਕੁਝ ਇਸ ਤਰ੍ਹਾਂ ਦਾ ਆਖਿਆ ਕਿ ਤੁਹਾਨੂੰ ਹੁਣ ਮਾਨਸਿਕ ਤਸੱਲੀ ਜਿਹੜੀ ਆ ਹੋਣੀ ਚਾਹੀਦੀ ਹੈ, ਕਿਉਂਕਿ ਤੁਹਾਡੇ ਨਾਲ ਬਹੁਤ ਮਾੜਾ ਹੋਇਆ। ਪਰ ਉਹਨੇ ਕਿਹਾ ਕਿ ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਕਈ ਤੱਥ ਨਿਕਲ ਕੇ ਸਾਹਮਣੇ ਆਉਣਗੇ ਜਿਸ ਨਾਲ ਦੁਨੀਆ ਨੂੰ ਕਈ ਹੋਰ ਗੱਲਾਂ ਦਾ ਪਤਾ ਲੱਗੇਗਾ। ਇਸ ਬਾਰੇ ਉਹ ਕੀ ਕਹਿਣਾ ਚਾਹੁੰਦਾ ਸੀ ਇਸ ਦਾ ਕੋਈ ਪਤਾ ਨਹੀਂ। ਉਸ ਪੁਲਿਸ ਅਫਸਰ ਦੀ ਮਾਂ ਨੇ ਵੀ ਅਦਾਲਤ ਦੇ ਵਿੱਚ ਆ ਕੇ ਬਿਆਨ ਦਿੱਤਾ ਹੈ ਕਿ ਮੇਰੇ ਪੁੱਤਰ ਦਾ ਕੋਈ ਕਸੂਰ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਉਹ ਇਸ ਤਰ੍ਹਾਂ ਦਾ ਹੈ ਹੀ ਨਹੀਂ ਜਿਸ ਤਰ੍ਹਾਂ ਦਾ ਉਹਨੂੰ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਸਾਰੀਆਂ ਗੱਲਾਂ ਨੇ ਜਾਰਜ ਫਲੋਇਡ ਦੀਆਂ ਵੀ ਹੋਈਆਂ ਨੇ ਪਹਿਲਾਂ, ਕਿ ਇੱਕ ਕਿਸਮ ਦਾ ਕ੍ਰਿਮੀਨਲ ਜਿਹੜਾ ਬਿਰਤੀ ਵਾਲਾ, ਮੁਜਰਮਾਨਾ ਬਿਰਤੀ ਵਾਲਾ ਵਿਅਕਤੀ ਸੀ ਤੇ ਉਸ ਦੇ ਬਾਰੇ ਗੱਲ ਕਰਨੀ ਇੰਨੀ ਜਾਇਜ਼ ਨਹੀਂ। ਇਹ ਦੋਨੇ ਪਾਸੇ ਖੜੇ ਹੋਏ ਨੇ, ਪਰ ਜ਼ਿਆਦਾ ਕਰਕੇ ਜਿਹੜਾ ਸੀ ਸਿਆਹਫਾਮ ਨੀਤੀਆਂ ਦੇ ਵਿਰੁੱਧ ਦੁਨੀਆ ਦੇ ਵਿੱਚ ਆਵਾਜ਼ ਉੱਠੀ ਹੈ। ਤੇ ਇਸ ਤਰ੍ਹਾਂ ਅਮਰੀਕਾ ਦੀ ਧਰਤੀ ਤੇ ਸਜ਼ਾ ਸੁਣਾਈ ਜਾਣੀ ਅਫਸਰ ਨੂੰ, ਇਹ ਲੈਂਡਮਾਰਕ ਡਿਸੀਜਨ ਹੈ। ਔਰ ਇਸ ਤਰ੍ਹਾਂ ਅੱਗੇ ਹੋਇਆ ਹੋਵੇਗਾ ਬਹੁਤ ਘੱਟ, ਪਰ ਇਸ ਨਾਲ ਕੰਨ ਜ਼ਰੂਰ ਹੋਣਗੇ। ਹੁਣ ਇੱਥੇ ਇੱਕ ਜਿਹੜਾ ਵਕੀਲ ਸੀ ਜੋ ਜਾਰਜ ਫਲੋਇਡ ਵਾਲੇ ਪਾਸਿਓਂ ਸਰਕਾਰੀ ਵਕੀਲ ਸੀ, ਉਸਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਬੜੀਆਂ ਸਮਝਣ ਵਾਲੀਆਂ ਨੇ। ਉਹ ਕਹਿੰਦਾ ਕੋਈ ਇਸ ਤਰ੍ਹਾਂ ਨਹੀਂ ਜਾਰਜ ਫਲੋਇਡ ਦੀ ਮੌਤ ਹੋਈ ਕਿ ਕਿਸੇ ਨੇ ਉਹਨੂੰ ਗੋਲੀ ਮਾਰ ਦਿੱਤੀ ਜਾਂ ਘਸੁੰਨ ਮਾਰ ਦਿੱਤਾ, ਤੇ ਇੱਕ ਗੋਲੀ ਵੱਜੀ ਹੋਵੇ ਜਾਂ ਇੱਕ ਘਸੁੰਨ ਵੱਜਾ ਹੋਵੇ, ਕਸੂਤਾ ਕਿਸੇ ਦੇ, ਤਾਂ ਉਸਦੀ ਮੌਤ ਹੋ ਜਾਵੇ। ਇਹ ਤੇ ਕਹਿੰਦੇ ਇਸ ਵਿਅਕਤੀ ਨੇ ਸਾਰੇ ਕਾਨੂੰਨ ਜਾਣਦੇ ਹੋਏ, ਤਾਕਤ ਦਾ ਆਪਣੀ ਦਾ ਅੰਦਾਜ਼ਾ ਲਾਉਂਦੇ ਹੋਏ, ਇਸ ਦੇ ਕੋਲ ਹਥਿਆਰ ਵੀ ਸੀ, ਸਭ ਕੁਝ ਸੀ, ਕੜੀ ਵੀ ਲੱਗੀ ਹੋਈ ਸੀ ਤੇ ਉਹ ਥੱਲੇ ਬੇਸੁਰਤ ਵਿਅਕਤੀ ਪਿਆ ਸੀ। ਇਸਨੇ ਇੱਕ ਇਵੈਂਟ ਨਹੀਂ ਹੈ ਕੋਈ ਗੋਲੀ ਜਾਂ ਘਸੁੰਨ, ਇਹਨੇ 9.5 ਮਿੰਟ ਉਸ ਵਿਅਕਤੀ ਦੀ ਧੌਣ ਤੇ ਗੋਡਾ ਰੱਖ ਕੇ ਉਹਦਾ ਸਾਹ ਬੰਦ ਕੀਤਾ ਹੈ। ਇਸ ਕਰਕੇ ਜਿਹੜਾ ਇਸ ਦੀ ਸਜ਼ਾ ਜਿਹੜੀ ਹੈ ਕਿਸੇ ਪਾਸਿਓਂ ਘੱਟ ਨਹੀਂ ਹੋਣੀ ਚਾਹੀਦੀ, ਇਹ ਐਗਜ਼ੈਂਪਲਰੀ ਪਨਿਸ਼ਮੈਂਟ ਹੋਣੀ ਚਾਹੀਦੀ ਹੈ, ਔਰ ਉਹਨੂੰ ਹੋਈ ਹੈ। ਸੋ ਇਸ ਦੇ ਨਾਲ ਕੀ ਫਰਕ ਪਵੇਗਾ? ਇਹ ਜਿਹੜੇ ਤਾਂ ਇਹ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਇਹੋ ਜਿਹੀਆਂ ਆਵਾਜ਼ਾਂ ਉੱਠਦੀਆਂ ਰਹਿੰਦੀਆਂ ਨੇ। ਕੈਨੇਡਾ ਵਿੱਚ ਵੀ, ਕੈਨੇਡਾ ਦੇ ਚੰਗੇ ਸ਼ਹਿਰਾਂ ਦੇ ਵਿੱਚ ਇੱਕ ਵਾਰ ਇੱਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਇੱਕ ਪੁਲਿਸ ਅਫਸਰ ਨੇ ਗੋਲੀ ਮਾਰ ਦਿੱਤੀ। ਉਦੋਂ ਵੀ ਆਵਾਜ਼ ਉੱਠੀ ਸੀ ਕਿ ਜਦੋਂ ਦੂਰ ਖੜਾ ਸੀ ਵਿਅਕਤੀ ਤੇ ਉਸਦੇ ਕੋਲ ਚਾਕੂ ਸੀ ਤੇ ਪੁਲਿਸ ਵਾਲਾ ਉਹਨੂੰ ਕਹਿ ਰਿਹਾ ਸੀ ਕਿ ਚਾਕੂ ਸੁੱਟ ਦੇ, ਤੇ ਉਹਨੂੰ ਸ਼ਾਇਦ ਅੰਗਰੇਜ਼ੀ ਆਉਂਦੀ ਸੀ ਜਾਂ ਨਹੀਂ ਆਉਂਦੀ ਸੀ, ਸਮਝ ਨਹੀਂ ਆਈ। ਜਦੋਂ ਉਸਨੇ ਕਈ ਵਾਰੀ ਕਹਿਣ ਦੇ ਬਾਵਜੂਦ ਨਹੀਂ ਸਿੱਟਿਆ ਤਾਂ ਉਸਨੂੰ ਗੋਲੀਆਂ ਮਾਰ ਦਿੱਤੀਆਂ ਕਿ ਉਹਦੀ ਮੌਕੇ ਤੇ ਮੌਤ ਹੋ ਗਈ। ਜਾਂਚ ਚੱਲੀ ਤੇ ਪੁਲਿਸ ਅਫਸਰ ਨੂੰ ਬਰੀ ਕਰ ਦਿੱਤਾ ਗਿਆ ਕਿਉਂਕਿ ਉਹ ਹਥਿਆਰ ਨਹੀਂ ਸੀ ਸੁੱਟ ਰਿਹਾ। ਹੁਣ ਕਈ ਗੱਲਾਂ ਰਲਦੀਆਂ ਮਿਲਦੀਆਂ ਜਿਹੜੀਆਂ ਨੇ, ਉੱਥੇ ਵੀ ਗੱਲ ਚੱਲੀ ਸੀ ਕਿ ਉਹਦੀ ਜਗ੍ਹਾ ਤੇ ਕੋਈ ਹੋਰ ਹੁੰਦਾ, ਕਿ ਗੋਰੀ ਚਮੜੀ ਵਾਲਾ ਵਿਅਕਤੀ ਹੁੰਦਾ ਤਾਂ ਫੇਰ ਵੀ ਇਸ ਤਰ੍ਹਾਂ ਕੀਤੀ ਜਾਂਦੀ। ਸੋ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਠਦੀਆਂ ਨੇ। ਪਰ ਇੱਕ ਵਾਰੀ ਇਹ ਡਿਸੀਜਨ ਹੋਇਆ, ਇਹ ਚੰਗਾ ਡਿਸੀਜਨ ਹੋਇਆ। ਇਸ ਨਾਲ ਕੋਈ ਜਿਹੜੀਆਂ ਦੁਨੀਆ ਭਰ ਦੇ ਵਿੱਚ ਅੱਜ ਵੀ ਰੰਗ ਭੇਦ ਦੀਆਂ ਸਵਲੀਨਜੀ ਨੀਤੀਆਂ ਮੌਜੂਦ ਨੇ, ਸਾਡੇ ਆਪਣੇ ਮੁਲਕ ਵਿੱਚ ਨੇ, ਭਾਵੇਂ ਕਿ ਅਸੀਂ ਇੱਕੋ ਹੀ ਕਿਸਮ ਦੇ ਤਕਰੀਬਨ ਸਾਰੇ ਦੇ ਸਾਰੇ, ਪਰ ਸਾਡੇ ਵੀ ਅੱਜ ਇਸ ਤਰ੍ਹਾਂ ਦੀਆਂ ਨੀਤੀਆਂ ਮੌਜੂਦ ਨੇ। ਮਜ਼ਾਕ ਦੀ ਹੱਦ ਤੱਕ ਇਹਨੂੰ ਰੱਖਣਾ ਤੇ ਮਜ਼ਾਕ ਦੀ ਹੱਦ ਤੋਂ ਅੱਗੇ ਲੈ ਕੇ ਜਾਣਾ ਤੇ ਉਸ ਵਿਅਕਤੀ ਨੂੰ ਪਿਛਾਂਹ ਖਿੱਚਣਾ ਜਾਂ ਕਿਸੇ ਨੂੰ ਮਾੜਾ ਘਟੀਆ ਸਮਝਣਾ, ਇਹ ਅੱਜ ਵੀ ਸਾਡੇ ਸਮਾਜ 'ਚ ਸਿਸਟਮ 'ਚ ਮੌਜੂਦ ਹੈ। ਅਮਰੀਕਾ ਵਿੱਚ ਹੋ ਗਿਆ, ਉਹਨਾਂ ਨੇ ਸਮਝ ਲਈ ਇਹ ਗੱਲ, ਤੇ ਸਾਨੂੰ ਵੀ ਥੋੜਾ ਜਿਹਾ ਝਾਤੀ ਮਾਰਨ ਦੀ ਲੋੜ ਹੈ। ਬਿਲਕੁਲ। ਤੇ ਜੇ ਅਮਰੀਕਾ ਤੋਂ ਬਾਅਦ ਕੈਨੇਡਾ ਦਾ ਰੁਖ ਕਰੀਏ ਤੇ ਉੱਥੇ ਦੂਜੀ ਵਾਰ ਬੱਚਿਆਂ ਦੇ ਪਿੰਜਰ ਮਿਲੇ ਨੇ। ਕੀ ਹੈ ਕੁਲਦੀਪ ਜੀ ਪੂਰੀ ਕਹਾਣੀ? ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਜਿਹੜਾ ਹੈ, ਇੱਕ ਬੇਸਿਕਲੀ ਉਹਨਾਂ ਨੂੰ ਇੰਡੀਅਨਸ ਕਹਿ ਦਿੱਤੇ। ਜਦੋਂ
ਇੰਡੀਅਨਸ ਕਹਿੰਦੇ ਨੇ। ਜੀ ਹੁਣ ਉਹ ਲਫ਼ਜ਼ ਹੈ ਕਿ ਉਹ ਅਸੀਂ ਨਹੀਂ ਵਰਤਦੇ, ਲਫ਼ਜ਼ ਉਹ ਨਹੀਂ ਵਰਤਣਾ ਚਾਹੀਦਾ, ਪਰ ਉਹਨੂੰ ਨੇਟਿਵਸ, ਉੱਥੇ ਦੇ ਰਹਿਣ ਵਾਲੇ ਪੱਕੇ ਪੁਰਾਣੇ ਵਸਿੰਦੇ ਐਬੋਰੀਜਨਲਸ ਤੇ ਜਾਂ ਨੇਟਿਵ ਇੰਡੀਅਨਸ ਜਾਂ ਮੂਲ ਵਾਸੀ, ਅਸੀਂ ਪੰਜਾਬੀ ਦੇ ਵਿੱਚ ਕਹਿ ਲਈਏ ਕਿ ਜਿਹੜੇ ਕੈਨੇਡਾ ਦੇ ਮੂਲ ਵਾਸੀ ਲੋਕ ਨੇ, ਅਸਲ ਵਸਿੰਦੇ ਜਿਹੜੇ ਨੇ, ਇਹ ਉਹਨਾਂ ਨਾਲ ਜੁੜਿਆ ਹੋਇਆ ਮਾਮਲਾ ਹੈ। ਦੱਸਿਆ ਜਾਂਦਾ ਹੈ ਕਿ ਕ੍ਰਿਸਚੀਅਨ ਸਕੂਲ ਸਿਸਟਮ ਦੇ ਨਾਲ ਈਸਾਈ ਮਤ ਦਾ ਪ੍ਰਚਾਰ, ਤੇ ਜਦੋਂ ਹੋਰਨਾਂ ਦੇਸ਼ਾਂ ਦੇ ਲੋਕਾਂ ਨੇ ਜਾ ਕੇ ਉੱਥੇ ਕਬਜ਼ਾ ਕੀਤਾ ਹੈ ਕੈਨੇਡਾ ਵਿੱਚ, ਤੇ ਮੂਲ ਵਾਸੀਆਂ ਦੇ ਆਪਣੀਆਂ ਬੋਲੀਆਂ ਸਨ, ਡਾਇਲੈਕਟ ਸਨ, ਉਹਨਾਂ ਦਾ ਕਲਚਰ ਸੀ, ਸੰਸਕ੍ਰਿਤੀ ਸੀ, ਪਹਿਰਾਵੇ ਸਨ, ਉਹਨਾਂ ਦੇ ਰਹਿਣ ਸਹਿਣ ਦਾ ਤਰੀਕਾ ਸੀ, ਖਾਣਾ ਪੀਣਾ ਸੀ, ਉਹਨਾਂ ਦੀਆਂ ਬੋਲੀ, ਸਾਰੀਆਂ ਚੀਜ਼ਾਂ ਨੂੰ ਇੱਕ ਝੰਡੇ ਥੱਲੇ ਲਿਆਉਣ ਖਾਤਰ ਕਥਿਤ ਤੌਰ ਤੇ ਕੀ ਮਨਸ਼ਾ ਰਹੀ ਹੋਵੇਗੀ ਮੈਂ ਨਹੀਂ ਇੱਥੇ ਕਹਿ ਸਕਦਾ, ਪਰ ਇਹ ਕਹਿ ਕੇ ਕਿ ਉਹਨਾਂ ਨੂੰ ਅਸੀਂ ਇੱਕ ਦੇਸ਼ ਬਣਾਉਣਾ ਹੈ, ਇਹਨਾਂ ਨੂੰ 2 ਹੀ ਬੋਲੀਆਂ ਆਉਣੀਆਂ ਚਾਹੀਦੀਆਂ, ਜਾਂ ਇੰਗਲਿਸ਼ ਜਾਂ ਫ੍ਰੈਂਚ। ਇਹਨਾਂ ਦੀਆਂ ਬੋਲੀਆਂ ਦੇ ਇਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ, ਮਾਪਿਆਂ ਤੋਂ ਖੋਹ ਲਿਆ ਔਰ ਖੋਹ ਕੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਰੱਖਿਆ ਗਿਆ। ਪੂਰੇ ਕੈਨੇਡਾ ਦੇ ਵਿੱਚ ਤਕਰੀਬਨ 125 ਦੇ ਲਾਗੇ ਸਕੂਲ ਸਨ, ਜਿਨ੍ਹਾਂ ਨੂੰ ਕੈਥੋਲਿਕ ਚਰਚਾਂ ਦੇ ਨਾਲ ਤੇ ਦੂਸਰੇ ਈਸਾਈ ਮਿਸ਼ਨਰੀ ਗਰੁੱਪਾਂ ਦੇ ਨਾਲ ਜੋੜਿਆ ਗਿਆ। ਜੋੜ ਕੇ ਉੱਥੇ ਇਹਨਾਂ ਬੱਚਿਆਂ ਨੂੰ ਲਿਆ ਕੇ ਰੱਖਿਆ ਗਿਆ। 300 ਸਾਲ ਤੱਕ ਇਹ ਕੰਮ ਚੱਲਿਆ। ਆਖਰ ਤੱਕ 1997 ਤੱਕ ਵੀ ਸਕੂਲ ਇਹੋ ਜਿਹੇ ਜਿਹੜੇ ਸੀ ਉੱਥੇ ਪਾਏ ਗਏ ਦੱਸੇ ਜਾਂਦੇ ਨੇ, ਜਿਹੜੇ ਹੁਣ ਬੰਦ ਕੀਤੇ ਨੇ। ਕੁਝ ਸਮਾਂ ਪਹਿਲਾਂ 2015 ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਜਿਹੜੇ ਮੂਲ ਵਾਸੀਆਂ ਦੇ ਬੱਚਿਆਂ ਨਾਲ ਹੋਏ ਵਰਤਾਰੇ ਪ੍ਰਤੀ ਹਾਊਸ ਆਫ ਕਾਮਨਸ ਦੇ ਵਿੱਚ ਖੜੇ ਹੋ ਕੇ ਮੁਆਫੀ ਮੰਗੀ ਸੀ ਕਿ ਜੋ ਹੋਇਆ ਸਾਡਾ ਸਿਰ ਸ਼ਰਮ ਨਾਲ ਝੁਕਦਾ ਤੇ ਅਸੀਂ ਮੁਆਫੀ ਮੰਗਦੇ ਹਾਂ। ਜਿਵੇਂ ਕਮਾਗਾਟਾ ਮਾਰੂ ਦੇ ਕੇਸ ਦੇ ਵਿੱਚ ਜਸਟਿਨ ਟਰੂਡੋ ਨੇ ਮੁਆਫੀ ਮੰਗੀ ਆ, ਹੋਰ ਕੇਸਾਂ ਦੇ ਵਿੱਚ ਵੀ ਮੁਆਫੀ ਮੰਗੀ ਆ। ਇਹ ਗੱਲਾਂ ਐਵੇਂ ਨਹੀਂ। ਹੁਣ ਇਸ ਦਾ ਅਸਰ ਅੱਜ ਦੇ ਅਜੋਕੇ ਜ਼ਮਾਨੇ ਵਿੱਚ ਕਿਵੇਂ ਪੈ ਰਿਹਾ? ਜਿਹੜੀ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਸਿਆਫਾਮ ਨੀਤੀਆਂ ਦੀ, ਇਹ ਵੀ ਇਸੇ ਤਰ੍ਹਾਂ ਦੀ ਜੁੜਦੀ ਰਲਦੀ ਮਿਲਦੀ ਇੱਕ ਰੰਗ ਭੇਦ ਦੀ ਨੀਤੀ ਹੈ। ਰੰਗ ਭੇਦ ਦੀ ਆਖ ਲਓ ਜਾਂ ਨਸਲਵਾਦੀ ਹੈ। ਤੁਸੀਂ ਕਿਸੇ ਦੀ ਬੋਲੀ ਖਤਮ ਕਰਨ ਵਾਲੇ ਕੌਣ ਹੁੰਦੇ ਹੋ? ਉਹ ਅੱਜ ਉਹ ਖਤਮ ਹੋ ਗਈਆਂ ਬੋਲੀਆਂ। ਇੱਕ ਬਜ਼ੁਰਗ ਔਰਤ ਦੀ ਅੱਜ ਤੋਂ ਕੋਈ ਸਾਲ ਪਹਿਲਾਂ ਕੈਨੇਡਾ ਦੇ ਵਿੱਚ ਮੌਤ ਹੁੰਦੀ ਹੈ, ਉਸ ਦੇ ਬਾਰੇ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਕਿ ਇੱਕ ਬੋਲੀ ਬੋਲਣ ਵਾਲੀ ਇੱਕ ਕੋਈ ਸੀਗੀ ਜਿਹੜੀ ਉਹਨਾਂ ਦੀ ਮੂਲ ਵਾਸੀਆਂ ਦੀ, ਇਹ ਆਖਰੀ ਔਰਤ ਸੀ। ਉਸ ਤੋਂ ਬਾਅਦ ਉਹਦੇ ਪਰਿਵਾਰ ਵਿੱਚ ਇਹ ਬੋਲੀ ਕੋਈ ਨਹੀਂ ਬੋਲਦਾ, ਉਹ ਖਤਮ ਹੋ ਗਈ ਬੋਲੀ, ਉਸ ਔਰਤ ਦੇ ਨਾਲ ਦਫਨ ਹੋ ਗਈ ਆ। ਇਹ ਸਕੂਲਾਂ ਦੇ ਪਿੰਜਰ ਜਿਹੜੇ ਨੇ ਲੱਭੇ ਨੇ, ਤਕਰੀਬਨ 215 ਕੋਈ ਜਾਂ ਇੰਨੇ ਕੁ ਪਿੰਜਰ ਪਹਿਲਾਂ ਲੱਭੇ ਸੀ, 700-800 ਦੇ ਕਰੀਬ ਹੁਣ ਲੱਭੇ ਨੇ। ਗਿਣਤੀ ਕਿੰਨੀ ਵੀ ਹੋ ਸਕਦੀ ਹੈ ਸਵਲੀਨ ਜੀ, ਮੋਟੇ ਅੰਦਾਜ਼ੇ ਮੁਤਾਬਕ ਇਹ ਗਿਣਤੀ 3000 ਤੋਂ 30,000 ਤੱਕ ਵੀ ਹੋ ਸਕਦੀ ਹੈ। ਹੁਣ ਨਵੇਂ ਸਕੈਨਰ ਵਗੈਰਾ ਨਿਕਲ ਆਏ ਨੇ, ਇਹ ਅਨਮਾਰਕਡ ਗ੍ਰੇਵ ਕਹਿੰਦੇ ਨੇ। ਹੁਣ ਆਮ ਤੌਰ ਤੇ ਜਦੋਂ ਸੰਸਕਾਰ ਕੀਤੇ ਜਾਂਦੇ ਨੇ, ਕਰਮੇਟ ਕੀਤਾ ਜਾਂਦਾ ਹੈ ਕਿਸੇ ਨੂੰ ਅਗਨੀ ਦੇ ਹਵਾਲੇ ਕੀਤਾ ਜਾਂਦਾ ਮ੍ਰਿਤਕ ਦੇਹ ਨੂੰ, ਤੇ ਉਹ ਤੇ ਤੁਹਾਨੂੰ ਪਤਾ ਹੈ ਕਿ ਸਿਸਟਮ ਹੈ ਕਿ ਇੱਕੋ ਜਗ੍ਹਾ ਤੇ ਭਾਵੇਂ ਇੱਕ ਪਿੰਡ ਦੀ 1 ਜਾਂ 2 ਸ਼ਮਸ਼ਾਨ ਘਾਟਾਂ ਹੁੰਦੀਆਂ ਨੇ, ਵੱਖਰੀ ਜਗ੍ਹਾ ਹੀ ਹੁੰਦੀਆਂ, ਪਰ ਜਦੋਂ ਕਿਸੇ ਦੀ ਗ੍ਰੇਵ ਕਵਰ ਬਣਾਈ ਜਾਂਦੀ ਹੈ ਤੇ ਉਸ ਨੂੰ ਮਾਰਕ ਕੀਤਾ ਜਾਂਦਾ ਹੈ ਕਿ ਇਹ ਫਲਾਂ ਵਿਅਕਤੀ ਦੀ ਹੈ। ਜੇ ਨਾਂ ਵੀ ਲਿਖਿਆ ਜਾਵੇ ਐਟ ਲੀਸਟ ਕੋਈ ਨਾ ਕੋਈ ਨਿਸ਼ਾਨੀ ਰੱਖੀ ਜਾਂਦੀ ਹੈ। ਹੁਣ ਅਨਮਾਰਕਡ ਗ੍ਰੇਵ ਹੈ ਕਿ ਇਹ ਵੀ ਨਹੀਂ ਦੱਸਿਆ ਗਿਆ ਕਿ ਇੱਥੇ ਕਬਰਾਂ ਹੋ ਸਕਦੀਆਂ ਨੇ। ਅਨਮਾਰਕਡ ਗ੍ਰੇਵਸ ਨੇ, ਐਵੇਂ ਟੋਆ ਪਟਿਆ ਤੇ ਸਿੱਟ ਦਿੱਤਾ। ਹੁਣ ਮੌਤਾਂ ਕਿਵੇਂ ਹੋਈਆਂ ਇਹਨਾਂ ਬੱਚਿਆਂ ਦੀਆਂ? ਇਹਨਾਂ ਨੂੰ ਜਦੋਂ ਮਾਪਿਆਂ ਤੋਂ ਖਿੱਚ ਕੇ ਲੈ ਆਉਂਦੇ ਸੀ ਸਕੂਲਾਂ ਦੇ ਵਿੱਚ, ਰੈਜ਼ੀਡੈਂਸ਼ੀਅਲ ਭਾਵ ਉੱਥੇ ਹੀ ਰੱਖਦੇ ਸਨ, ਹੋਸਟਲ ਨੁਮਾ ਸਕੂਲਾਂ ਦੇ ਵਿੱਚ ਇਹਨਾਂ ਨੂੰ ਤਾੜ ਕੇ ਹੁੜ ਕੇ ਮਾੜੇ ਹਾਲਾਤਾਂ ਦੇ ਵਿੱਚ ਰੱਖਿਆ ਜਾਂਦਾ ਸੀ। ਧੱਕੇ ਨਾਲ ਉਹਨਾਂ ਦੀ ਬੋਲੀ ਜਿਹੜੀ ਸੀ, ਆਪਣੀ ਬੋਲੀ ਇੰਗਲਿਸ਼ ਤੇ ਫ੍ਰੈਂਚ ਜਿਹੜੀ ਸਿਖਾਈ ਜਾਂਦੀ ਸੀ, ਉਹਨਾਂ ਦੀਆਂ ਕੁੱਟ ਕੇ ਉਹਨਾਂ ਦੀਆਂ ਆਪਣੀਆਂ ਬੋਲੀਆਂ ਭੁਲਾਈਆਂ ਗਈਆਂ। ਮਾੜਾ ਵਰਤੀਰਾ ਤਸ਼ੱਦਦ ਕੀਤਾ ਗਿਆ। ਉੱਥੇ ਸੈਕਸ਼ੂਅਲ ਅਬਿਊਜ਼ ਵਰਗੇ ਬਹੁਤ ਕੇਸਿਸ ਆਏ। ਇਹ ਜ਼ਿਆਦਾ ਮੌਤਾਂ ਜਿਹੜੀਆਂ ਹਨ, ਅਜੇ ਵੈਸੇ ਇਸ ਦੀ ਜਾਂਚ ਜਿਹੜਾ ਹੈ ਇੱਕ ਕਮਿਸ਼ਨ ਉੱਥੇ ਬਣਾਇਆ ਹੋਇਆ ਹੈ, ਸਰਕਾਰ ਨੇ ਉਹ ਜਾਂਚ ਇਸ ਦੀ ਕਰ ਰਹੀ, ਇਸੇ ਕਰਕੇ ਕੇਸ ਜ਼ਿਆਦਾ ਨਿਕਲ ਕੇ ਸਾਹਮਣੇ ਆ ਰਹੇ ਨੇ। ਸਰਕਾਰ ਮੁਆਫੀ ਵੈਸੇ ਪਹਿਲਾਂ ਮੰਗ ਚੁੱਕੀ ਹੈ, ਪਰ ਇਹ ਬੜੀ ਦੁਖਦਾਈ ਗੱਲਾਂ ਨੇ। ਰੀਕੌਂਸੀਲੇਸ਼ਨ ਕਮਿਸ਼ਨ ਜਿਹੜਾ ਬਣ ਚੁੱਕਾ ਹੈ, ਪਰ ਹੁਣ ਫਿਰ ਦੁਬਾਰਾ ਕਿਸੇ ਤਰ੍ਹਾਂ ਮੁੱਖ ਧਾਰਾ ਨਾਲ ਇਹਨਾਂ ਲੋਕਾਂ ਨੂੰ ਜੋੜੀਏ, ਪਰ ਜ਼ਖਮ ਤਾਜ਼ਾ ਹੋ ਰਹੇ ਨੇ ਇਹਨਾਂ ਲੋਕਾਂ ਦੇ। ਬਹੁਤ ਮਾੜੀ ਗੱਲ ਹੈ। ਔਰ ਇਦਾਂ ਦੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਿਹੜੀਆਂ ਇਨਸਾਨੀਅਤ ਨੂੰ ਮੁੱਢ ਤੋਂ ਸ਼ਰਮਸ਼ਾਰ ਕਰਦੀਆਂ ਨੇ। ਇਹ ਗੱਲਾਂ ਕਦੀ ਹੋਣੀਆਂ ਨਹੀਂ ਚਾਹੀਦੀਆਂ, ਪਰ ਸਾਡਾ ਇਤਿਹਾਸ ਭਰਿਆ ਪਿਆ ਇਹੋ ਜਿਹੀਆਂ ਗੱਲਾਂ ਨਾਲ। ਜੇ ਅਸੀਂ ਸਮਝਦੇ ਹਾਂ ਕਿ ਸਾਡੇ ਨਾਲ ਬੜਾ ਜ਼ੁਲਮ ਹੋਇਆ ਭਾਰਤੀਆਂ ਤੇ ਪੰਜਾਬੀਆਂ ਤੇ ਉਧਰ ਵੀ ਦੇਖੋ ਕੀ ਕੁਝ ਹੋਇਆ, ਕਿੱਥੇ ਕੀ ਨਹੀਂ ਹੋਇਆ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ। ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਸ਼ਾਇਦ ਅਸੀਂ ਪ੍ਰੋਗਰਾਮ ਵਿੱਚ ਨਾ ਕਰ ਸਕੀਏ। ਜ਼ਿਆਦਾ ਮੌਤਾਂ ਜਿਹੜੀਆਂ ਨੇ ਬੱਚਿਆਂ ਦੇ ਇੱਕ ਜਗ੍ਹਾ ਰਹਿਣ ਦੇ ਨਾਲ, ਉਹਨਾਂ ਨੂੰ ਵਧੀਆ ਖਾਣਾ ਨਹੀਂ ਮਿਲਿਆ, ਉਹਨਾਂ ਦੀ ਬਿਮਾਰੀਆਂ ਦਾ ਇਲਾਜ ਨਹੀਂ ਹੋਇਆ। ਟਿਊਬਰਕਲੋਸਿਸ ਜਿਸ ਨੂੰ ਅਸੀਂ TB ਆਖ ਦਿੰਦੇ ਹਾਂ, ਉਸ ਬਿਮਾਰੀ ਦੇ ਨਾਲ ਬਹੁਤੀਆਂ ਮੌਤਾਂ ਹੋਈਆਂ ਨੇ ਔਰ ਉਹਨਾਂ ਨੂੰ ਇਕੱਠੇ ਉਹਨਾਂ ਨੂੰ ਦਫਨਾ ਦਿੱਤਾ ਗਿਆ। ਜਦੋਂ ਹੋਈਆਂ ਫਿਰ ਇਕੱਠੀਆਂ ਕਈ ਮੌਤਾਂ ਹੋਈਆਂ। ਸੋ ਇਹੋ ਜਿਹੀ ਕਹਾਣੀ ਹੈ ਜੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ।
ਕੁਲਦੀਪ ਜੀ, ਗੱਲ ਕਰਦੇ ਆ ਕੇਜਰੀਵਾਲ ਦੀ ਤੇ ਭਾਜਪਾ ਸਰਕਾਰ ਦੀ। ਉਹ ਫਿਰ ਇੱਕ ਵਾਰੀ ਫਿਰ ਦੁਬਾਰਾ ਆਮੋ ਸਾਹਮਣੇ ਖੜੇ ਨੇ ਤੇ ਦੁਬਾਰਾ ਖੜਕ ਗਏ ਨੇ। ਇਹ ਖੜਕਦੀ ਅਕਸਰ ਰਹਿੰਦੀ ਹੈ, ਤੁਸੀਂ ਠੀਕ ਆਖਿਆ ਕਿ ਫਿਰ ਖੜਕ ਗਈ ਹੈ। ਇਸ ਕਰਕੇ ਇਹ ਖੜਕਣੀ ਸੀ ਕਿਤੇ ਨਾ ਕਿਤੇ। ਪਰ ਪਿਛਲੇ ਮਹੀਨਿਆਂ ਦੇ ਵਿੱਚ ਜੋ ਸਾਡੇ ਮੁਲਕ ਦੇ ਹਾਲਾਤ ਹੋਏ ਨੇ ਉਹ ਕਿਸੇ ਤੋਂ ਛੁਪੇ ਨਹੀਂ। ਅਸੀਂ ਅਕਸਰ ਇਸ ਤਰ੍ਹਾਂ ਕਹਿ ਦਿੰਦੇ ਆ, ਪਰ ਛੁਪੇ ਹੋਏ ਨੇ ਬਹੁਤ ਕੁਝ। ਵੀ ਕਿਉਂ ਆਕਸੀਜਨ ਦੀ ਕਮੀ ਹੋਈ, ਮੌਤਾਂ ਕਿੱਥੇ ਕਿੰਨੀਆਂ ਹੋਈਆਂ, ਕੇਸ ਕਿੰਨੇ ਆਏ, ਆਕਸੀਜਨ ਦੇ ਜਿਹੜੇ ਸਿਲੰਡਰ ਸੀ ਕਿੱਥੇ ਗਏ, ਕਨਸੈਂਟਰੇਟਰ ਜਿਹੜੇ ਸੀ ਜਾਂ ਜਿਹੜੇ ਵੈਂਟੀਲੇਟਰ ਸੀ ਉਹਨਾਂ ਤੇ ਕਿਉਂ ਜਿਹੜਾ ਸੀ ਉਹ ਕੰਮ ਨਹੀਂ ਲਿਆ ਗਿਆ, ਉਹ ਪਏ ਰਹੇ ਉੱਦਾਂ ਹੀ। ਕੋਵਿਡ ਸੈਂਟਰ ਟਾਈਮ ਨਾਲ ਕਿਉਂ ਨਹੀਂ ਬਣਾਏ ਗਏ। ਇਹ ਸਾਰੀਆਂ ਗੱਲਾਂ ਹੋਈਆਂ, ਨੁਕਸਾਨ ਬੜਾ ਹੋਇਆ ਜਾਨਾਂ ਦਾ, ਇਸ ਵਿੱਚ ਕੋਈ ਸ਼ੱਕ ਨਹੀਂ। ਖਰਚਾ ਵੀ ਬੇਤਹਾਸ਼ਾ ਹੋਇਆ ਤੇ ਸਮਾਜ ਸੇਵੀ ਜਥੇਬੰਦੀਆਂ ਨਿਕਲ ਕੇ ਅੱਗੇ ਆਈਆਂ। ਹੁਣ ਆਕਸੀਜਨ ਦਾ ਰੌਲਾ ਸਭ ਤੋਂ ਵੱਧ ਪਿਆ। ਤੁਹਾਨੂੰ ਯਾਦ ਹੋਵੇਗਾ ਕਿ ਇੱਕ ਮੀਟਿੰਗ ਹੋਈ ਸੀ ਆਨਲਾਈਨ, ਜਿਸ ਵਿੱਚ ਮੋਦੀ ਤੇ ਕੇਜਰੀਵਾਲ ਬੈਠੇ ਹੋਏ ਸੀ। ਕੇਜਰੀਵਾਲ ਹੋਣਾ ਨੇ ਉਹ ਮੀਟਿੰਗ ਜਿਹੜੀ ਸੀ ਆਪਣੇ ਪਾਸੇ ਤੋਂ ਲਾਈਵ ਕਰ ਦਿੱਤੀ ਤੇ ਮੋਦੀ ਜੀ ਖਿੱਚ ਗਏ ਤੇ ਸਾਰੇ ਲੋਕ ਦੁਆਲੇ ਹੋ ਗਏ ਤੇ ਉਹਨਾਂ ਕਿਹਾ ਕਿ ਪ੍ਰੋਟੋਕੋਲ ਤੋੜਿਆ ਉਹਨਾਂ ਨੇ। ਹੁਣ ਦੇਸ਼ ਦੇ ਸਾਹਮਣੇ ਸੱਚਾਈ ਤੇ ਆਉਣੀ ਚਾਹੀਦੀ ਹੈ। ਤੁਸੀਂ ਤਿਆਰ ਹੋ ਕੇ ਬੈਠੇ ਹੋ ਮੀਟਿੰਗ ਕਰਨ ਵਾਸਤੇ, ਜੇ ਲਾਈਵ ਕਰਦੇ ਤੁਸੀਂ ਕੀ ਹੋ ਗਿਆ ਵੀ ਤੁਸੀਂ ਕੋਈ ਮੁੱਛਾਂ ਠੀਕ ਕਰਨੀਆਂ ਸੀ ਆਪਣੀਆਂ। ਠੀਕ ਹੈ, ਤੁਸੀਂ ਇਸ ਤਰ੍ਹਾਂ ਦਾ ਵੀ ਕੋਈ ਪ੍ਰੋਟੋਕੋਲ ਨਹੀਂ ਸੀ ਕਹਿੰਦੇ ਕਿ ਜਿਹਦੇ ਵਿੱਚ ਕਿ ਤੁਸੀਂ ਕਿਤੇ ਕਿਹਾ ਗਿਆ ਵੀ ਇਸ ਨੂੰ ਲਾਈਵ ਨਹੀਂ ਕਰ ਸਕਦੇ। ਉਹਨਾਂ ਨੇ ਕਰ ਦਿੱਤਾ, ਪਰ ਮੁਆਫੀ ਕੇਜਰੀਵਾਲ ਨੂੰ ਮੰਗਣੀ ਪਈ। ਹੁਣ ਆਕਸੀਜਨ ਦਾ ਰੌਲਾ, ਸੁਪਰੀਮ ਕੋਰਟ ਦੇ ਵਿੱਚ ਕਮੇਟੀ ਬਣੀ ਜਿਸ ਦੇ ਵਿੱਚ ਰਣਦੀਪ ਗੁਲੇਰੀਆ ਜਿਹੜੇ ਡਾਕਟਰ ਨੇ ਏਮਸ ਦੇ, ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ। ਕਥਿਤ ਤੌਰ ਤੇ ਉਸ ਰਿਪੋਰਟ ਦੇ ਵਿੱਚ ਕਹਿੰਦੇ ਇਹ ਲਿਖਿਆ ਗਿਆ ਕਿ ਦਿੱਲੀ ਸਰਕਾਰ ਨੇ ਆਪਣੀ ਲੋੜ ਨਾਲੋਂ 4 ਗੁਣਾ ਵੱਧ ਆਕਸੀਜਨ ਦੀ ਮੰਗ ਕੀਤੀ ਉਸ ਸਮੇਂ, ਜਿਹੜੀ ਕਿ ਜਾਇਜ਼ ਨਹੀਂ ਸੀ। ਹੁਣ ਇਸ ਮੁੱਦੇ ਤੇ ਬੀਜੇਪੀ ਨੇ ਤੇ ਬੀਜੇਪੀ ਦੇ ਸਮਰਥਕਾਂ ਨੇ ਖੂਬ ਘੇਰਿਆ ਕੇਜਰੀਵਾਲ ਨੂੰ। ਤੇ ਜਦੋਂ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਜਿਹੜੇ ਸਿਸੋਦੀਆ ਨੂੰ ਕੇਜਰੀਵਾਲ ਨੇ ਕੋਵਿਡ ਦੀ ਲੜਾਈ ਵਿੱਚ ਅੱਗੇ ਕੀਤਾ ਹੋਇਆ ਸੀ, ਭਾਵੇਂ ਕਿ ਰੋਜ਼ ਅਪਡੇਟ ਖੁਦ ਦਿੰਦੇ ਸੀ। ਸਿਸੋਦੀਆ ਨੇ ਵੀ ਆਪਣੇ ਹਿਸਾਬ ਨਾਲ ਕੰਮ ਕੀਤਾ। ਹੁਣ ਕਸ਼ਮਕਸ਼ ਤੇ ਚੱਲਦੀ ਰਹੀ ਹੈ ਆਕਸੀਜਨ ਦੇ ਬਾਰੇ। ਤੇ ਇਹ ਵੀ ਸੱਚਾਈ ਹੈ ਕਿ ਸਾਰੇ ਪ੍ਰਾਂਤ ਕਹਿ ਰਹੇ ਸੀ ਕਿ ਸਾਡੇ ਕੋਲ ਆਕਸੀਜਨ ਦੀ ਕਮੀ। ਪੰਜਾਬ ਵਾਲਿਆਂ ਨੇ ਘੱਟ ਰੌਲਾ ਪਾਇਆ ਕਿ ਸਾਨੂੰ ਇੰਨੀ ਆਕਸੀਜਨ ਚਾਹੀਦੀ ਹੈ ਤੇ ਸੁਣੀ ਨਹੀਂ ਗਈ। ਇਹ ਕਹਿੰਦੇ ਸਾਨੂੰ ਚਾਹੀਦੀ ਇੰਨੀ ਤੇ ਮਿਲ ਹੀ ਨਹੀਂ ਰਹੀ ਹੈ। ਮੌਤਾਂ ਕਿੱਥੇ ਕਿੱਥੇ ਨਹੀਂ ਹੋਈਆਂ ਆਕਸੀਜਨ ਤੋਂ ਬਿਨਾਂ? ਦਿੱਲੀ ਵਿੱਚ ਨਹੀਂ ਹੋਈਆਂ ਕਿ ਅੰਮ੍ਰਿਤਸਰ ਵਿੱਚ ਨਹੀਂ ਹੋਈਆਂ? ਹਰ ਜਗ੍ਹਾ ਹੋਈਆਂ ਨੇ। ਕਈ ਜਗ੍ਹਾ ਕਿਤੇ ਸਿਲੰਡਰ ਫਟ ਗਿਆ, ਕੁਛ ਹੋ ਗਿਆ, ਟੈਂਕਰ ਲੀਕ ਕਰ ਗਿਆ, ਇਸ ਤਰ੍ਹਾਂ ਵੀ ਹੋਇਆ। ਹੁਣ ਕਨਸੈਂਟਰੇਟਰ ਬਾਹਰੋਂ ਮੰਗਾ ਕੇ ਫਿਰ ਰੱਖਿਆ ਗਿਆ। ਹੁਣ ਪਤਾ ਨਹੀਂ ਕਿੱਥੇ ਘਟਾ ਉਹਨਾਂ ਤੇ ਪੈਂਦਾ ਹੋਵੇਗਾ ਕਿਸੇ ਨੇ ਸਾਹਮਣੇ ਵੀ ਕਿ ਨਹੀਂ। ਇਸ ਤਰ੍ਹਾਂ ਦਾ ਤਾਂ ਸਿਸਟਮ ਆ ਸਾਡੇ ਮੁਲਕ ਦਾ। ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਹੁਣ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਕੋਈ ਵੀ ਤੁਸੀਂ ਜਿਹੜਾ ਹੈ ਅਦਾਲਤ ਦੇ ਵਿੱਚ ਉਹ ਕਮੇਟੀ ਵੱਲੋਂ ਕੋਈ ਵੀ ਚੀਜ਼ ਲਿਖੀ ਗਈ ਹੋਵੇ ਤਾਂ ਸਾਨੂੰ ਦੱਸੋ ਤੇ ਅਸੀਂ ਇਹਦਾ ਤੁਹਾਨੂੰ ਜਵਾਬ ਦਿੰਦੇ ਹਾਂ। ਵੈਸੇ ਆਪਣੇ ਤੌਰ ਤੇ ਕੇਜਰੀਵਾਲ ਐਂਡ ਕੰਪਨੀ ਭਾਵ ਸਿਸੋਦੀਆ ਨੇ ਤਾਂ ਉਹਨਾਂ ਦੀ ਸਰਕਾਰ ਨੇ ਹਲਫਨਾਮਾ ਕੋਰਟ ਦੇ ਵਿੱਚ ਦਾਖਲ ਕਰ ਦਿੱਤਾ ਹੈ ਕਿ ਅਸੀਂ ਜਿੰਨੀ ਸਾਨੂੰ ਲੋੜ ਸੀ ਅਸੀਂ ਉਨੀ ਹੀ ਮੰਗੀ ਹੈ ਤੇ ਜੇ ਅਸੀਂ ਕੋਈ ਮੰਗ ਕੀਤੀ ਹੈ ਤੇ ਅਸੀਂ ਉਹ ਜਾਇਜ਼ ਮੰਗ ਕੀਤੀ ਸੀ। ਇਸ ਵਾਸਤੇ ਸਾਡੀ ਇਸ ਤਰ੍ਹਾਂ ਦਾ ਨੁਕਤਾਚੀਨੀ ਕਰਨੀ ਬਿਲਕੁਲ ਵੀ ਜਾਇਜ਼ ਨਹੀਂ। ਨਾਲ ਦੀ ਨਾਲ ਜਿਹੜੀ ਉਹਨਾਂ ਨੇ ਮੋਦੀ ਤੇ ਇੱਕ ਵਾਰੀ ਫਿਰ ਅਟੈਕ ਕੀਤਾ। ਕੋਈ ਸਮਾਂ ਸੀ ਜਦੋਂ ਕੇਜਰੀਵਾਲ ਸਵੇਰ ਦੀ ਚਾਹ ਮਗਰੋਂ ਪੀਂਦੇ ਸੀ ਤੇ ਪਹਿਲਾਂ ਮੋਦੀ ਦੇ ਦੁਆਲੇ ਹੋ ਜਾਂਦੇ ਸੀ, ਫਿਰ ਹੌਲੀ ਹੌਲੀ ਘਟ ਗਏ, ਹਟ ਗਏ। ਤੇ LG ਦੇ ਖਿਲਾਫ ਉਹ ਹਮੇਸ਼ਾ ਤਕਰੀਬਨ ਬੋਲਦੇ ਰਹਿੰਦੇ ਨੇ। ਹੁਣ LG ਦੇ ਨਾਲ ਕਸ਼ਮਕਸ਼ ਤੇ ਚੱਲਦੀ ਰਹਿੰਦੀ ਹੈ। ਪਰ ਉਹਨਾਂ ਨੇ ਇੱਥੇ ਜਿਹੜੀ ਗੱਲ ਕੀਤੀ ਹੈ ਕਿ ਅਸੀਂ 2 ਕਰੋੜ ਲੋਕਾਂ ਦੀ ਨੁਮਾਇੰਦਗੀ ਕਰ ਰਹੇ ਹਾਂ ਦਿੱਲੀ ਦਿਆਂ ਦੀ, ਕੀ ਉਹਨਾਂ ਦੇ ਹੱਕ ਦੀ ਗੱਲ ਕਰਕੇ ਅਸੀਂ ਕੋਈ ਗੁਨਾਹ ਕੀਤਾ? ਉਹਨਾਂ ਵਾਸਤੇ ਆਕਸੀਜਨ ਮੰਗ ਕੇ ਕੋਈ ਆਪਣੇ ਘਰ ਨੂੰ ਲੈ ਗਿਆ ਸੀ? ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਸਾਰਾ ਮੁਲਕ ਭੱਜੇ ਫਿਰ ਰਹੇ ਸਾਂ ਕਿ ਸਾਨੂੰ ਆਕਸੀਜਨ ਚਾਹੀਦੀ ਆ, ਆਕਸੀਜਨ ਚਾਹੀਦੀ ਹੈ, ਸਾਨੂੰ ਦਵਾਈਆਂ ਚਾਹੀਦੀਆਂ ਨੇ, ਸਾਨੂੰ ਟੀਕੇ ਚਾਹੀਦੇ ਨੇ, ਉਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਗ੍ਰਹਿ ਮੰਤਰੀ ਸਾਹਿਬ ਉਹ ਰੈਲੀਆਂ ਕਰ ਰਹੇ ਸੀ ਜਿੱਥੇ ਉਹਨਾਂ ਨੇ ਵੋਟਾਂ ਲੈਣੀਆਂ ਸੀ। ਤੇ ਸਾਨੂੰ ਪਿਆ ਹੋਇਆ ਸੀ ਕਿ ਕਿਸ ਤਰ੍ਹਾਂ ਲੋਕਾਂ ਦਾ ਇਲਾਜ ਹੋਵੇ ਤੇ ਇੱਥੇ ਵੋਟਾਂ ਦੀ ਪਈ ਹੋਈ ਸੀ। ਸੋ ਇਸ ਤਰ੍ਹਾਂ ਦੀ ਕਸ਼ਮਕਸ਼ ਹੈ। ਇਹ 2-4 ਦਿਨ ਚੱਲੇਗੀ, ਫਿਰ ਚੁੱਪ ਹੋ ਜਾਵੇਗੀ। ਇਸੇ ਤਰ੍ਹਾਂ ਹੀ ਹੁੰਦਾ ਆਇਆ ਤੇ ਇਸੇ ਤਰ੍ਹਾਂ ਹੀ ਤਕਰੀਬਨ ਇੱਥੇ ਹੁੰਦਾ ਰਹਿਣਾ, ਕਿਉਂਕਿ ਬਦਲੀ ਹੋਣ ਵਾਸਤੇ ਅਸੀਂ ਕੁਝ ਨਹੀਂ ਕਰ ਰਹੇ। ਗੱਲ ਇਹ ਵੀ ਆ ਰਹੀ ਹੈ, ਕਹਿੰਦੇ ਕਿ ਜਿੰਨੀ ਵਾਧੂ ਆਕਸੀਜਨ ਇਹਨਾਂ ਨੂੰ ਦਿੱਤੀ ਹੈ ਉਹਦੇ ਨਾਲ 12 ਰਾਜਾਂ ਦੀ ਆਕਸੀਜਨ ਦੀ ਕਮੀ ਪੂਰੀ ਹੋ ਸਕਦੀ ਸੀ ਤੇ ਜਿਹੜੇ ਲੋਕ ਉੱਥੇ ਮਰੇ ਨੇ ਉਹਦੇ ਕਰਕੇ ਕੇਜਰੀਵਾਲ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਜਿਵੇਂ ਕਹਿ ਦਿੱਤਾ ਸੀ ਕਿ 15-15 ਲੱਖ ਖਾਤੇ ਵਿੱਚ ਆ ਜਾਵੇਗਾ ਤੇ ਬਾਅਦ ਚ ਕਹਿਤਾ ਕਿ ਉਹ ਤਾਂ ਜੁਮਲਾ ਥਾ। ਹੋ ਸਕਦਾ ਇਹ ਵੀ ਜੁਮਲਾ ਹੋਵੇ। ਹੁਣ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਾਡੇ ਲੀਡਰ ਕਈ ਬਿਆਨ ਦੇ ਦਿੰਦੇ ਨੇ ਕਿ ਫਲਾਨੀ ਚੀਜ਼ ਇਸ ਤਰ੍ਹਾਂ ਹੁੰਦੀ ਤੇ ਅਸੀਂ ਉਹਨਾਂ ਨਾਲ ਆਹ ਕਰ ਸਕਦੇ ਸੀ। ਇਹ ਜਿਹੜੇ ਨਾ ਬੇਤੁਕੇ ਬਿਆਨ ਜਿਹੜੇ ਨੇ ਇਹ ਦੇਣ ਦੇ ਵਿੱਚ ਅਸੀਂ ਮਾਹਰ ਹਾਂ। ਮੈਂ ਨਹੀਂ ਕਹਿ ਰਿਹਾ ਕਿ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੇ ਪਰਫੈਕਟ ਕੰਮ ਜਾਂ ਵਧੀਆ ਕੰਮ ਹੀ ਕੀਤਾ ਹੋਵੇਗਾ, 100 ਉਣਤਾਈਆਂ ਹੋਣਗੀਆਂ, ਪਰ ਜਿਹੜੇ ਉਹਨਾਂ ਨੇ ਗੱਲ ਕੀਤੀ ਹੈ, ਮੁੱਦੇ ਜਿਹੜੇ ਨੇ ਉਠਾਏ ਨੇ, ਉਹਨਾਂ ਦਾ ਜਵਾਬ ਕੋਈ ਇਹ ਨਹੀਂ ਬਣਦਾ ਕਿ 12 ਰਾਜਾਂ ਦੀ ਸਪਲਾਈ ਪੂਰੀ ਹੋ ਸਕਦੀ ਸੀ। ਤੁਸੀਂ ਕਿਉਂ ਦਿੱਤੀ? ਤੁਹਾਡੇ ਕੋਲ ਹਿਸਾਬ ਕਿਤਾਬ ਹੋਣਾ ਚਾਹੀਦਾ। ਕੇਜਰੀਵਾਲ ਨੇ ਮੰਗ ਲਈ ਤੇ ਤੁਸੀਂ ਆਕਸੀਜਨ ਦੇ ਦਿੱਤੀ, ਇਹ ਕਦੋਂ ਤੋਂ ਹੋਣ ਲੱਗ ਪਿਆ? ਸੋ ਇਸ ਦੇ ਵਿੱਚ ਰਾਜਨੀਤੀ ਚੱਲ ਰਹੀ ਹੈ। ਅਨਫੋਰਚੂਨੇਟਲੀ ਚਾਹੇ ਉਹ ਮੌਤਾਂ ਦੀ ਗਿਣਤੀ ਹੋਵੇ, ਚਾਹੇ ਦਵਾਈਆਂ, ਚਾਹੇ ਆਕਸੀਜਨ,
ਕੁਝ ਵੀ ਹੋਵੇ, ਇਸ ਦੇ ਵਿੱਚ ਹਰ ਜਗ੍ਹਾ ਤੇ ਰਾਜਨੀਤੀ ਚਮਕਾਈ ਗਈ ਹੈ, ਹਰ ਪਾਰਟੀ ਵੱਲੋਂ, ਚਾਹੇ ਉਹ ਭਾਜਪਾ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਹੋਵੇ। ਜੀ, ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ। ਕਸ਼ਮੀਰ ਦਾ ਮੁੱਦਾ ਇੱਕ ਵਾਰ ਫਿਰ ਭਖ ਗਿਆ। ਤਾਜ਼ਾ ਸਥਿਤੀ ਕੀ ਹੈ ਕੁਲਦੀਪ ਜੀ ਇਸ ਵੇਲੇ ਉੱਥੇ ਦੀ? ਕਸ਼ਮੀਰ ਦੇ ਵਿੱਚ ਅੱਜ ਤੋਂ 2 ਸਾਲ ਪਹਿਲਾਂ ਤਕਰੀਬਨ ਅਗਸਤ ਮਹੀਨੇ ਦੇ ਵਿੱਚ ਜਦੋਂ ਅਮਰਨਾਥ ਯਾਤਰਾ ਚੱਲ ਰਹੀ ਸੀ ਤੇ ਇੱਕਦਮ ਅਮਰਨਾਥ ਯਾਤਰਾ ਵਿੱਚ ਹੀ ਰੋਕ ਦਿੱਤੀ ਗਈ ਤੇ ਸਾਰੇ ਘਬਰਾ ਗਏ ਕਿ ਪਤਾ ਨਹੀਂ ਕੀ ਹੋਣ ਵਾਲਾ ਹੈ। ਕਰੋਨਾ ਕਰਕੇ ਸ਼ਾਇਦ ਕੋਈ ਕਰੋਨਾ ਬਿਮਾਰੀ ਵੱਧ ਗਈ ਹੈ ਤੇ ਫੌਜਾਂ ਉੱਥੇ ਸਾਰੇ ਇੰਡੀਆ ਦੀਆਂ ਲਾ ਦਿੱਤੀਆਂ ਗਈਆਂ, ਪੈਰ ਪੈਰ ਤੇ ਫੌਜੀ ਖੜੇ ਸਨ। ਤੇ ਦੂਜੇ ਤੀਜੇ ਦਿਨ ਜਾ ਕੇ ਐਲਾਨ ਹੋ ਗਿਆ ਕਿ ਉਸ ਦਾ ਆਰਟੀਕਲ 370 ਜਿਹੜਾ ਹੈ ਵਿਸ਼ੇਸ਼ ਦਾ ਰਾਜ ਦਾ ਦਰਜਾ ਜਿਹੜਾ ਜੰਮੂ ਕਸ਼ਮੀਰ ਨੂੰ ਦਿੰਦਾ ਹੈ, ਅਧਿਕਾਰ ਉਹਨਾਂ ਨੂੰ ਕੁਛ ਹਨ ਭਾਰਤੀ ਕਨਸਟੀਟਿਊਸ਼ਨ ਦੇ ਨਾਲੋਂ ਥੋੜਾ ਜਿਹਾ ਉਹਨਾਂ ਦੇ ਅਧਿਕਾਰ ਖੇਤਰ 'ਚ ਥੋੜਾ ਵੱਖਰੇ ਰਹਿ ਸਕਦੇ ਨੇ ਜਾਂ ਉਹਨਾਂ ਨੂੰ ਕੋਈ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਉਹ ਖਤਮ ਕੀਤੀਆਂ ਜਾਣ। ਉਹ ਖਤਮ ਕਰ ਦਿੱਤੀਆਂ ਤੇ ਲਦਾਖ ਨੂੰ ਵੱਖਰਾ ਰਾਜ ਤੇ ਜੰਮੂ ਕਸ਼ਮੀਰ ਨੂੰ ਜਿਹੜਾ ਸੀ ਵੱਖਰਾ ਸ਼ਾਸਿਤ ਪ੍ਰਦੇਸ਼ ਜਿਹੜਾ ਬਣਾ ਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਤੇ ਉੱਥੇ ਸੂਬੇ ਦੇ ਸਾਰੇ ਜਿਹੜੇ ਆਗੂ ਸੀ ਜਿਨ੍ਹਾਂ ਵਿੱਚ 3 ਜਾਂ 4 ਸਾਬਕਾ ਮੁੱਖ ਮੰਤਰੀ ਸਨ ਉਹਨਾਂ ਨੂੰ ਅੰਦਰ ਸੁੱਟ ਦਿੱਤਾ ਗਿਆ ਤੇ ਕਈ ਉਹ ਆਗੂ, ਜਿਵੇਂ ਕਸ਼ਮੀਰ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਵੱਖਵਾਦੀ ਲਹਿਰ ਹੈ, ਉਹਨਾਂ ਵਿੱਚ ਉੱਥੇ ਅੱਤਵਾਦ ਦਾ ਜ਼ੋਰ ਹੈ ਕਿ ਉੱਥੇ ਕਦੀ ਕਿਤੇ ਕੋਈ ਬੰਦੇ ਮਾਰੇ ਜਾਂਦੇ ਨੇ, ਕਦੀ ਕੋਈ ਬਲਾਸਟ ਹੋ ਜਾਂਦਾ, ਕਦੀ ਕੁਝ ਹੋ ਜਾਂਦਾ। ਉਹਨਾਂ ਨੂੰ ਮੰਗ ਕੀਤੀ ਜਾਂਦੀ ਕਿ ਸਾਨੂੰ, ਕੁਝ ਕਹਿੰਦੇ ਨੇ ਕਿ ਪਾਕਿਸਤਾਨ ਨਾਲ ਜੋੜ ਦਿਓ, ਕੋਈ ਕਹਿੰਦੇ ਸਾਨੂੰ ਵੱਖਰਾ ਕਰ ਦਿਓ, ਪਰ ਬਹੁਤ ਸਾਰੇ ਭਰਾ ਸਾਡੇ ਕਸ਼ਮੀਰੀ, ਬਲਕਿ ਵੱਡੀ ਗਿਣਤੀ ਉਹ ਲੋਕ ਨੇ ਜਿਹੜੇ ਸੰਤੁਸ਼ਟ ਨੇ ਤੇ ਭਾਰਤ ਦੇ ਲੋਕਤੰਤਰ ਦੇ ਹਿਸਾਬ ਨਾਲ ਆਪਣੇ ਆਪ ਨੂੰ ਚੱਲਣਾ ਵੀ ਚਾਹੁੰਦੇ ਨੇ ਤੇ ਚਲਾਉਣਾ ਵੀ ਚਾਹੁੰਦੇ ਨੇ। ਇਹਨਾਂ ਵਿੱਚੋਂ ਉਹ ਆਗੂ ਨੇ ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੇ ਤਹਿਤ ਕੇਂਦਰ ਦੇ ਵਿੱਚ ਮੰਤਰੀਆਂ ਵਜੋਂ ਵੀ ਰਹੇ ਨੇ ਉਹ, ਤੇ ਉੱਥੇ ਦੇ ਵੀ ਜਿਹੜੇ ਨੇ ਮੁੱਖ ਮੰਤਰੀ ਰਹੇ ਨੇ, ਚੰਗੇ ਆਗੂ, ਤੇ ਉਹਨਾਂ ਸਾਰਿਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਇੰਟਰਨੈਟ ਦੇ ਕਨੈਕਸ਼ਨ ਤੱਕ ਉਹਨਾਂ ਨੂੰ ਖੋਹ ਲਏ ਗਏ ਤੇ ਇਹ ਗੱਲ ਆਖੀ ਜਦੋਂ ਗ੍ਰਹਿ ਮੰਤਰੀ ਨੇ ਕਿ ਇੰਟਰਨੈਟ ਦੇ ਕਨੈਕਸ਼ਨ ਬਾਰੇ ਤੁਸੀਂ ਰੌਲਾ ਪਾਉਂਦੇ ਹੋ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋ। ਇੰਟਰਨੈਟ ਦਾ ਕਨੈਕਸ਼ਨ ਕਿੱਡਾ ਕਿ ਮਨੁੱਖੀ ਅਧਿਕਾਰ ਹੈ। ਜਦੋਂ ਉਸੇ ਬਹੂ ਬੇਟੀਆਂ ਦੀ ਇੱਜ਼ਤਾਂ ਨੂੰ ਹੱਥ ਪਾਇਆ ਜਾ ਰਿਹਾ ਸੀ, ਬੇਦੋਸ਼ੇ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ, ਉੱਥੋਂ ਉਦੋਂ ਮਨੁੱਖੀ ਅਧਿਕਾਰ ਕਿੱਥੇ ਗਏ ਸੀ? ਤੇ ਉਹਨਾਂ ਨੇ ਨਾਲ ਇੱਕ ਗੁਪਕਾਰ ਗੈਂਗ ਦਾ ਲਫ਼ਜ਼ ਜਿਹੜਾ ਸੀ ਯਾਦ ਕਰ ਦਿੱਤਾ। ਗੁਪਕਾਰ ਇੱਕ ਇਲਾਕਾ ਹੈ, ਉਹ ਪਹਾੜੀਆਂ ਹਨ, ਗੋਪਾ ਪਹਾੜੀਆਂ ਜਿਨ੍ਹਾਂ ਦੇ ਪੈਰਾਂ ਵਿੱਚ ਵਸਿਆ ਹੋਇਆ ਇਲਾਕਾ ਹੈ ਸ਼੍ਰੀਨਗਰ ਦੇ ਵਿੱਚ। ਉਸ ਇਲਾਕੇ ਦੇ ਵਿੱਚ ਹਾਈ ਪ੍ਰੋਫਾਈਲ ਲੋਕ ਰਹਿੰਦੇ ਨੇ, ਇਤਿਹਾਸਿਕ ਇਲਾਕਾ ਹੈ। ਇਹ ਵੀ ਦੱਸਿਆ ਜਾਂਦਾ ਕਿ ਸਿੱਖ ਰਾਜ ਦੇ ਦੌਰਾਨ ਉੱਥੇ ਡੋਗਰਿਆਂ ਦੀ ਇੱਕ ਵੱਡੀ ਜਿਹੜੀ ਜਿਨ੍ਹਾਂ ਨੂੰ ਇੱਥੇ ਖੁਦ ਮੁਖਤਿਆਰੀ ਸੀ ਇੱਥੇ, ਜਾਂ ਸਿੱਖ ਰਾਜ ਦੇ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਇੱਥੇ ਇੱਕ ਵਿਸ਼ੇਸ਼ ਦਰਜਾ ਦਿੱਤਾ ਹੋਇਆ ਸੀ, ਜਾਂ ਉਹ ਨਾ ਰਹਿ ਕੇ ਉੱਥੇ ਜਿਹੜਾ ਸੀ ਉਹ ਕੰਮਕਾਜ ਉਹ ਖਾਲਸਾ ਰਾਜ ਦੇ ਅਧੀਨ ਜਿਹੜਾ ਸੀ ਆਪਣੇ ਆਪ ਨੂੰ ਮੰਨਦੇ ਸਨ, ਉਹਨਾਂ ਨੂੰ ਉੱਥੇ ਰਹਿਣ ਸਹਿਣ ਦੇ ਤਰੀਕੇ ਦਿੱਤੇ ਗਏ ਸਨ। ਹੁਣ ਗੁਪਕਾਰ ਇਲਾਕੇ ਦੇ ਵਿੱਚ ਵੱਡੇ ਲੋਕ ਰਹਿੰਦੇ ਨੇ, ਖਾਸ ਤੌਰ ਤੇ ਹਾਈਲੀ ਪ੍ਰੋਟੈਕਟਡ ਏਰੀਆ, ਜਿਸ ਦੇ ਵਿੱਚ ਫਾਰੂਕ ਅਬਦੁੱਲਾ ਨੇ, ਉਮਰ ਅਬਦੁੱਲਾ ਨੇ, ਮੁਫਤੀ ਪਰਿਵਾਰ ਹੈ, ਮੁਹੰਮਦ ਸਈਦ ਹੈ, ਉਹਨਾਂ ਦੇ ਪਿਤਾ ਜੀ ਸਨ, ਗੁਲਾਮ ਨਬੀ ਆਜ਼ਾਦ ਹੈ, ਕਰਨ ਸਿੰਘ ਹੈ, ਹੋਰ ਬਹੁਤ ਸਾਰੇ। ਗੁਪਕਾਰ ਜਿਹੜਾ ਸੀ ਬੇਸਿਕਲੀ ਉਹ ਇੱਕ ਇਲਾਕਾ ਰਾਜਨੀਤੀਵਾਨ ਤੇ ਜਿਹੜੇ ਵੱਡੇ ਜਿਹੜੇ ਕਸ਼ਮੀਰ ਦੇ ਮਸਲੇ ਬਾਰੇ ਬਹੁਤ ਕੁਝ ਲੋਕ ਜਾਣਦੇ ਨੇ ਜਾਂ ਕਸ਼ਮੀਰ ਪ੍ਰਤੀ ਚਿੰਤਤ ਜਾਂ ਜਿਵੇਂ ਵੀ ਹਨ, ਉਹਨਾਂ ਦੇ ਵੱਖਰੇ ਜਿਹੜੇ ਵਿਚਾਰ ਹੋਣਗੇ, ਉਹ ਲੋਕ ਉੱਥੇ ਰਹਿੰਦੇ ਨੇ। ਹੁਣ ਜਦੋਂ ਉਹਨਾਂ ਲੋਕਾਂ ਨੂੰ ਨਜ਼ਰਬੰਦ ਕੀਤਾ ਗਿਆ, ਫਿਰ ਉਹਨਾਂ ਨੇ ਇੱਕ ਗਰੁੱਪ ਬਣਾ ਲਿਆ ਉੱਥੇ, ਗੁਪਕਾਰ ਅਲਾਇੰਸ। ਸਾਰੇ ਰਾਜਨੀਤਿਕ ਦਲਾਂ ਨੇ, ਵਿਰੋਧੀ ਦਲਾਂ ਨੇ ਇਕੱਠੇ ਹੋ ਕੇ, ਜਿਹੜੇ ਆਪਸ ਵਿੱਚ ਵੀ ਇਲੈਕਸ਼ਨਾਂ ਲੜਦੇ ਸਨ, ਇੱਕ ਦੂਸਰੇ ਦੇ ਵਿਰੋਧ ਵਿੱਚ ਲੜਦੇ ਸਨ, ਉਹਨਾਂ ਨੇ ਇਕੱਠੇ ਹੋ ਕੇ ਅਲਾਇੰਸ ਬਣਾਇਆ ਕਿ ਜਿਹੜਾ 370 ਆਰਟੀਕਲ ਖਤਮ ਕੀਤਾ ਗਿਆ, ਇਹ ਗਲਤ ਤਰੀਕੇ ਨਾਲ ਖਤਮ ਕੀਤਾ ਗਿਆ, ਅਸੀਂ ਇਸ ਨੂੰ ਮੰਨਦੇ ਨਹੀਂ, ਇਸ ਨੂੰ ਵਾਪਸ ਕੀਤਾ ਜਾਵੇ ਤੇ ਸਾਡਾ ਪਹਿਲਾਂ ਵਾਲਾ ਦਰਜਾ ਜਿਹੜਾ ਬਹਾਲ ਕੀਤਾ ਜਾਵੇ। ਜਦੋਂ ਉਹਨਾਂ ਨੇ ਇਹ ਗੱਲ ਕੀਤੀ ਤੇ ਅਮਿਤ ਸ਼ਾਹ ਦੀ ਭੜਕ ਪਏ, ਰਵੀ ਸ਼ੰਕਰ ਪ੍ਰਸਾਦ ਵੀ ਭੜਕੇ। ਇਹ ਕੌਣ ਲੋਕ ਨੇ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਨੇ, ਭਾਰਤੀ ਸੰਵਿਧਾਨ ਨੂੰ ਜਿਹੜਾ ਚੈਲੰਜ ਕਰ ਰਹੇ ਨੇ? ਇਹ ਪਾਕਿਸਤਾਨ ਦੇ ਪੱਖੀ ਲੋਕ ਨੇ, ਪਾਕਿਸਤਾਨੀ ਨੇ, ਇਹ ਵੱਖਵਾਦੀ ਨੇ, ਅੱਤਵਾਦੀ ਨੇ। ਜੋ ਉਹਨਾਂ ਸੋ ਆਖਿਆ ਗਿਆ ਤੇ ਉਸ ਅਲਾਇੰਸ ਨੂੰ ਜਿਹੜਾ ਇੱਕ ਗੱਠਜੋੜ ਸੀ ਬੇਸਿਕਲੀ ਗੁਪਕਾਰ ਗੈਂਗ ਦਾ ਨਾਂ ਦਿੱਤਾ ਗਿਆ, ਜਿਵੇਂ ਕਿ ਹੁਣ ਅੰਦੋਲਨ ਜੀਵੀ ਤੇ ਹੋਰ ਚੀਜ਼ਾਂ ਦੇ ਨਾਂ ਦਿੱਤੇ ਗਏ। ਠੀਕ ਹੈ ਜੀ। ਹੁਣ ਇਹ ਗੈਂਗ ਦੇ ਨਾਂ ਤੇ ਇਸ ਤਰ੍ਹਾਂ ਦਾ ਸ਼ਾਹੀਨ ਬਾਗ ਦੇ ਮੌਕੇ ਵੀ ਗੈਂਗ ਦੇ ਨਾਂ ਦਿੱਤੇ ਗਏ। ਹੁਣ ਇਹ ਇੱਕ ਰਿਵਾਜ ਹੈ ਭਾਰਤੀ ਜਨਤਾ ਪਾਰਟੀ ਵਿੱਚ, ਇਸ ਤਰ੍ਹਾਂ ਗੈਂਗ ਦਾ ਨਾਮ ਦੇ ਕੇ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਤੇ ਫਿਰ ਆਪਣੇ ਗੋਦੀ ਮੀਡੀਆ ਦੇ ਥਰੂ ਜਿਹੜਾ ਉਸ ਨੂੰ ਉਸ ਦੇ ਖਿਲਾਫ ਪ੍ਰਚਾਰ ਕੀਤਾ ਜਾਂਦਾ ਰੱਜ ਕੇ, ਤੇ ਰੱਜ ਕੇ ਕੀਤਾ ਗਿਆ ਕਿ ਤੁਸੀਂ 370 ਦੇ ਖਿਲਾਫ ਗੱਲ ਕਰਨ ਵਾਲੇ ਕੌਣ ਹੁੰਦੇ ਹੋ? ਉਹ ਰਾਤੋਂ ਰਾਤ ਇੱਕ ਰੁਤਬਾ ਤੁਸੀਂ ਕਿਸੇ ਤੋਂ ਖੋਹ ਲੈਂਦੇ ਹੋ, ਤੁਹਾਨੂੰ ਐਟਲੀਸਟ ਉਸ ਤੇ ਲੋਕਾਂ ਨਾਲ ਵਿਚਾਰ ਤਾਂ ਕਰਨੇ ਚਾਹੀਦੀ ਸੀ, ਉਹ ਨਹੀਂ ਹੋਈ, ਵਿਚਾਰ ਨਹੀਂ ਹੋਈ, ਚੱਲਦੀ ਰਹੀ ਗੱਲ ਇਹੋ। ਤੇ ਹੁਣ ਆ ਕੇ ਦਿੱਲੀ ਬੁਲਾ ਕੇ ਉਹਨਾਂ ਹੀ ਲੋਕਾਂ ਨੂੰ, ਗੁਪਕਾਰ ਵਾਲਿਆਂ ਨੂੰ, ਅਲਾਇੰਸ ਵਾਲਿਆਂ ਨੂੰ, ਜਿਨ੍ਹਾਂ ਵਿੱਚ ਗੁਲਾਮ ਨਬੀ ਆਜ਼ਾਦ ਵੀ ਸਨ ਤੇ ਸਾਰੇ ਜਿਹਨੇ ਮੈਂ ਪਹਿਲਾਂ ਗਿਣਾਏ ਨੇ, ਸਾਰਿਆਂ ਨੂੰ ਬੁਲਾ ਕੇ ਅਸੀਂ ਕੋਈ ਗੱਲਬਾਤ ਕੀਤੀ ਕਿ ਅਸੀਂ ਹੁਣ ਦਿੱਲੀ ਨਾਲ ਜਿਹੜੀ ਦੂਰੀ ਹੈ, ਦਿਲ ਦੀ ਦੂਰੀ ਹੈ, ਉਹ ਖਤਮ ਕਰਨੀ ਚਾਹੁੰਦੇ ਹਾਂ ਤੇ ਅਸੀਂ ਪਹਿਲਾਂ ਵਾਂਗ ਜਿਹੜੇ ਮਾਹੌਲ ਉੱਥੇ ਖੁਸ਼ਗਵਾਰ ਕਰਨਾ ਚਾਹੁੰਦੇ ਹਾਂ। ਅਜੇ ਕੱਲ੍ਹ ਤੱਕ ਤਾਂ ਤੁਸੀਂ ਲੋਕਾਂ ਦੀ ਆਵਾਜ਼ ਬੰਦ ਕੀਤੀ ਹੋਈ ਸੀ, ਹਾਂਜੀ, ਤੇ ਤੁਸੀਂ ਜਿਨ੍ਹਾਂ ਲੋਕਾਂ ਨੂੰ ਕੱਲ੍ਹ ਤੱਕ ਅੱਤਵਾਦੀਆਂ ਦੇ ਸਮਰਥਕ ਤੇ ਪਾਕਿਸਤਾਨੀ ਸਮਰਥਕ ਤੇ ਜਿਨ੍ਹਾਂ ਨੂੰ ਦੇਸ਼ ਧਰੋਹੀ ਕਹਿ ਰਹੇ ਸੀ, ਹੁਣ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨੀ ਤੁਸੀਂ? ਦਿਲ ਜੋੜਨ ਲੱਗ ਪਏ। ਕੀ ਤੁਹਾਨੂੰ ਹੋਰ ਕੋਈ ਨਹੀਂ ਲੱਭਾ ਉੱਥੇ?
ਫਿਰ ਜਦੋਂ ਤੋਂ ਉੱਥੇ 370 ਆਰਟੀਕਲ ਖਤਮ ਕੀਤਾ ਗਿਆ, ਪੱਠਾ ਬਹਿ ਗਿਆ ਉੱਥੇ ਦੀ ਇਕਨੋਮੀ ਦਾ, ਉੱਥੇ ਦੀ ਫਰੂਟ ਇੰਡਸਟਰੀ ਦਾ। ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ, ਨੌਕਰੀਆਂ ਹਜ਼ਾਰਾਂ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਜਿੰਨੀਆਂ ਅਰਜ਼ੀਆਂ ਲਈ ਗਈਆਂ ਉਸ ਦੇ ਵਿੱਚੋਂ 55 ਕਰੋੜ ਦੇ ਲਗਭਗ ਫੀਸ ਜਿਹੜੀ ਸੀ ਅਰਜ਼ੀਆਂ ਲੈਣ ਤੱਕ ਦੀ ਇਕੱਠੀ ਕਰ ਲਈ ਗਈ। ਨੌਕਰੀਆਂ ਬਹੁਤ ਥੋੜ੍ਹੀਆਂ ਦਿੱਤੀਆਂ ਗਈਆਂ, ਉਹਨਾਂ ਵਿੱਚੋਂ 60% ਤੋਂ ਵੱਧ ਨੌਕਰੀਆਂ ਕਲਾਸ 4 ਦੀਆਂ ਸਨ। ਇਸ ਤਰ੍ਹਾਂ ਦਾ ਤੇ ਵਰਤਾਰਾ ਹੋਇਆ ਉੱਥੇ। ਤੇ ਹੁਣ ਜਿਹੜੇ ਕਿਸਾਨ ਬੈਠੇ ਹੋਏ ਨੇ ਉਹਨਾਂ ਨੂੰ ਅੰਦੋਲਨ ਜੀਵੀ ਆਖ ਕੇ ਤੁਸੀਂ ਜਿਹੜਾ ਉਹਨਾਂ ਨਾਲ ਤੇ ਗੱਲ ਕਰ ਨਹੀਂ ਰਹੇ ਹੋ, ਤੇ ਹੁਣ ਜਿਨ੍ਹਾਂ ਨੂੰ ਤੁਸੀਂ ਗੈਂਗ ਆਖਦੇ ਸੀ, ਹੁਣ ਗੈਂਗ ਨਾਲ ਗੱਲਬਾਤ ਜਿਹੜੀ ਉਹਨਾਂ ਨੂੰ ਸੱਦ ਕੇ ਤੇ ਭੋਜ ਵੀ ਖਿਲਾਇਆ ਜਾ ਰਿਹਾ ਤੇ ਬਰਾਬਰ ਕੁਰਸੀਆਂ ਤੇ ਬਿਠਾ ਕੇ ਫੋਟੋ ਸੈਸ਼ਨ ਹੋ ਰਹੇ ਨੇ। ਕੁਰੈਸ਼ੀ ਸਾਹਿਬ ਕਹਿੰਦੇ ਪਖੰਡ ਕਰ ਰਹੇ ਆ। ਹਾਂਜੀ, ਹੁਣ ਇਹ ਗੱਲ ਹੈ ਕਿ ਦੋਗਲੀ ਨੀਤੀ ਜਿਹੜੀ ਇੱਕ ਭਾਜਪਾ ਨੇ ਅਪਣਾਈ ਹੈ ਇਸ ਮੁੱਦੇ ਤੇ, ਇਹ ਕਿੰਨੀ ਲੰਬਾ ਸਮਾਂ ਵਰਕ ਕਰਦੀ ਹੈ, ਪਰ ਉਹ ਮਜਬੂਰ ਲੋਕ ਨੇ ਇਸ ਵੇਲੇ, ਸਾਡੇ ਨੁਮਾਇੰਦੇ ਨੇ। ਲੋਕਤੰਤਰਕ ਪ੍ਰਕਿਰਿਆ ਜਿਹੜੀ ਹੈ ਕਦੋਂ ਤੱਕ ਬਹਾਲ ਹੁੰਦੀ ਹੈ ਇਸ ਗੱਲ ਦਾ ਕੋਈ ਪਤਾ ਨਹੀਂ। ਸਾਡੇ ਆਪਣੇ ਦੇਸ਼ ਦੇ ਆਗੂਆਂ ਨੂੰ, ਰਾਹੁਲ ਗਾਂਧੀ ਨੂੰ, ਵਿਰੋਧੀ ਧਿਰ ਦੇ ਆਗੂ ਨੂੰ ਵੀ ਉੱਥੇ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਹੋਰਨਾਂ ਆਗੂਆਂ ਨੂੰ ਉੱਥੇ ਜਾਣ ਤੋਂ ਰੋਕਿਆ ਗਿਆ ਤੇ ਉੱਥੇ ਜਿਹੜੇ ਸਨ ਅੰਦਰ ਉਹਨਾਂ ਨੂੰ ਨਿਕਲ ਨਹੀਂ ਦਿੱਤਾ ਗਿਆ ਤੇ ਵਿਦੇਸ਼ਾਂ ਤੋਂ ਮੈਂਬਰ ਪਾਰਲੀਮੈਂਟ ਤੇ ਹੋਰ ਸੰਸਦ ਮੈਂਬਰ ਲਿਆ ਕੇ ਯੂਰਪ ਦੇ ਵਿੱਚੋਂ ਉਹਨਾਂ ਨੂੰ ਟੂਰ ਕਰਵਾਇਆ ਜਾਂਦਾ ਤੇ ਉਹ ਵੀ ਉਹਨਾਂ ਲੋਕਾਂ ਦੇ ਪਿੱਛੇ ਲਾ ਕੇ ਉਹਨਾਂ ਨੂੰ ਆਗੂ ਬਣਾ ਕੇ ਜਿਹੜੇ ਵਿਵਾਦਗ੍ਰਸਤ ਲੋਕ ਨੇ ਤੇ ਇਹਨਾਂ ਦੀ ਖਾਮ-ਖਾ ਦੀ ਆਰਐਸਐਸ ਤੇ ਭਾਜਪਾ ਨਾਲ ਦੋਸਤੀ ਹੈ। ਸੋ ਇਹ ਕਈ ਗੱਲਾਂ ਵੱਲ ਇਸ਼ਾਰਾ ਕਰਦਾ, ਇਹ ਚੰਗੀ ਗੱਲ ਨਹੀਂ ਜੀ। ਵਿਚਾਰਾਂ ਦੀ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅਸੀਂ ਭਾਰਤ ਦੀ ਗੱਲ ਕੀਤੀ ਹੈ, ਕਰੋਨਾ ਦੀ ਗੱਲ ਕੀਤੀ ਹੈ, ਅਮਰੀਕਾ ਦੀ ਗੱਲ ਕੀਤੀ ਹੈ, ਕੈਨੇਡਾ ਦੀ ਗੱਲ ਕੀਤੀ ਹੈ ਤੇ ਹੁਣ ਤੁਹਾਡੇ ਨਾਲ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ। ਕੁਲਦੀਪ ਜੀ, ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਕਾਂਗਰਸ ਦਾ ਕੀ ਹਾਲ ਹੈ ਇਸ ਵੇਲੇ? ਰਾਹੁਲ ਗਾਂਧੀ ਮਿੱਤਰ ਮਿਲਣੀਆਂ ਕਰ ਰਹੇ ਨੇ ਅੱਜ ਕੱਲ੍ਹ। ਰਾਹੁਲ ਗਾਂਧੀ ਮਿੱਤਰ ਮਿਲਣੀਆਂ ਕਰ ਰਹੇ ਨੇ, ਪਰ ਉਹ ਜਿਵੇਂ ਪਤਾ ਨਹੀਂ ਕਿੱਥੇ ਬੈਠੇ ਹੋਏ ਨੇ ਤੇ ਉੱਥੇ ਜਾ ਕੇ ਉਹਨਾਂ ਨੂੰ ਸਾਰੇ ਮਿਲਦੇ ਨੇ। ਉਹਨਾਂ ਨੇ ਕੁਝ ਪੁਰਾਣੇ ਕਾਂਗਰਸੀ ਆਗੂਆਂ ਨਾਲ ਹੁਣ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸ਼ਮਸ਼ੇਰ ਸਿੰਘ ਦੂਲੋਂ, ਉਹ ਉਹਨਾਂ ਨੇ ਕਹਿੰਦੇ ਜਾ ਕੇ ਉਹਨਾਂ ਨੂੰ ਆਖਿਆ ਕਿ ਦੇਖੋ, ਕਾਂਗਰਸ ਵਿੱਚ ਜੇ ਵਿਅਕਤੀ ਨੂੰ ਵਰਤ ਕੇ ਪੂੰਝ ਕੇ ਸੁੱਟ ਦਿੱਤਾ ਜਾਂਦਾ ਤੇ ਮੁੜ ਕੇ ਪੁੱਛਿਆ ਵੀ ਨਹੀਂ ਜਾਂਦਾ। ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ ਤੇ ਪੁਰਾਣੇ ਕੁਝ ਆਗੂਆਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼, ਚੋਣਾਂ ਤੋਂ ਪਹਿਲਾਂ ਹੀ ਸਾਰਾ ਕੁਝ ਹੋ ਰਿਹਾ। ਜੇ ਚੋਣਾਂ ਨਾ ਹੋਣ ਤੇ ਸ਼ਾਇਦ ਇੱਕ ਵੀ ਕੰਮ ਨਾ ਇਹੋ ਜਿਹਾ ਹੋਵੇ। ਨਵਜੋਤ ਸਿੰਘ ਸਿੱਧੂ ਅੱਜ ਫੇਰ ਬੋਲ ਪਏ ਨੇ ਬੇਅਦਬੀ ਦੇ ਮੁੱਦੇ ਤੇ। ਸੁਖਬੀਰ ਸਿੰਘ ਬਾਦਲ ਦੀ ਉਧਰੋਂ ਪੇਸ਼ੀ ਚੱਲ ਰਹੀ ਹੈ, ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ, ਸਿੱਟ ਤੇ ਉੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਜਿਹੜੀ ਇਹ ਬੇਅਦਬੀ ਕਾਂਡ ਦੇ ਵਿੱਚ ਜਿਹੜਾ ਰਾਜਨੀਤੀਕਰਨ ਹੋਇਆ ਤੇ ਇਸ ਕਰਕੇ ਦੇਰੀ ਹੋਈ ਹੈ ਤੇ ਹੁਣ ਸਾਨੂੰ ਫਿਰ ਨਿਸ਼ਾਨਾ ਬਣਾ ਕੇ ਜਿਹੜਾ ਕਾਂਗਰਸ ਇਸ ਤੋਂ ਲਾਹਾ ਖੱਟਣ ਦੇ ਯਤਨ ਦੇ ਵਿੱਚ ਹੈ। ਤੇ ਅਕਾਲੀ ਦਲ ਤੇ ਕਾਂਗਰਸ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਫਿਰ ਬੋਲੇ ਨੇ। ਉਹ ਬੋਲਣੋਂ ਨਹੀਂ ਹਟਦੇ ਇਸ ਵੇਲੇ, ਹੁਣ ਉਹ ਬੋਲਦੇ ਜਾ ਰਹੇ ਨੇ ਲਗਾਤਾਰ। ਬਾਕੀ ਧਿਰਾਂ ਤੋਂ 10 ਜੁਲਾਈ ਤੱਕ ਦਾ ਟਾਈਮ ਲੈ ਲਿਆ, ਪਰ ਨਵਜੋਤ ਸਿੰਘ ਸਿੱਧੂ ਤੋਂ ਪਤਾ ਨਹੀਂ ਟਾਈਮ ਨਹੀਂ ਲਿਆ ਤੇ ਜਾਂ ਉਹਨਾਂ ਨੇ ਇਸ ਗੱਲ ਦੀ ਛੋਟ ਲਈ ਹੈ ਕਿ 10 ਜੁਲਾਈ ਕੋਈ ਨਹੀਂ, ਜਿੱਦਣ ਆਊਗੀ ਦੇਖੀ ਜਾਊਗੀ। ਬਰਸਾਤ ਮਹੀਨਾ ਸ਼ੁਰੂ ਹੋਣ ਵਾਲਾ ਹੋਏਗਾ, ਸਾਉਣ ਤੇ ਮੈਂ ਜੋ ਕਰਨਾ ਮੈਂ ਇਹਨੂੰ ਕਰੀ ਜਾਣ ਦੇ। ਚੁੱਪ ਕਰਨ ਵਾਲਾ ਸਵਿਚ ਉਹਨਾਂ ਦੇ ਲੱਗਾ ਨਹੀਂ ਹੋਇਆ ਜੀ। ਇਸ ਵੇਲੇ ਉਹਨਾਂ ਨੂੰ ਕਾਂਗਰਸ ਹਾਈ ਕਮਾਂਡ ਕੋਲ ਨਹੀਂ ਹੈ ਘੱਟੋ ਘੱਟ ਸਵਿਚ, ਹੋਰ ਕਿਸੇ ਕੋਲ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ। ਹੁਣ ਅੱਗੇ ਉਹਨਾਂ ਤੇ ਜਿਹੜਾ ਹਥਿਆਰ ਵਰਤਿਆ ਜਾਂਦਾ ਸੀ, ਉਹ ਜਿਹੜਾ ਉਹਨਾਂ ਤੇ ਇੱਕ ਪੁਰਾਣਾ ਕੇਸ ਪਿਆ ਹੋਇਆ ਸੁਪਰੀਮ ਕੋਰਟ ਦੇ ਵਿੱਚੋਂ, ਕੋਈ ਨਾ ਕੋਈ ਸਮਨ ਭੇਜ ਕੇ ਵਾਰੰਟ ਕੱਢ ਕੇ ਜਿਹੜਾ ਸੀ ਫਿਰ ਉਹ ਕੇਸ ਖੋਲ੍ਹ ਲਿਆ ਜਾਂਦਾ ਸੀ, ਉਹ ਵੀ ਬੰਦ ਹੋ ਚੁੱਕਾ ਹੈ ਹੁਣ। ਤੇ ਉਸ ਦੇ ਵਿੱਚ ਵੀ ਰੌਲਾ ਪਿਆ ਸੀ ਉਦੋਂ ਕਿ ਪੰਜਾਬ ਸਰਕਾਰ ਨੇ ਜਿਹੜਾ ਹਲਫਨਾਮਾ ਦਾਇਰ ਕੀਤਾ ਉਸ ਦੇ ਵਿੱਚ ਸਿੱਧੂ ਨੂੰ ਪੂਰੀ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕੈਪਟਨ ਨੇ ਆਪਣੇ ਆਪ ਨੂੰ ਡਿਫੈਂਡ ਕੀਤਾ ਸੀ ਕਿ ਅਸੀਂ ਆਪਣੀ ਗੱਲ ਕਰਨੀ ਸੀ, ਸਰਕਾਰ ਆਪਣੀ ਗੱਲ ਤੋਂ ਪਿੱਛੇ ਕਿਵੇਂ ਮੁੱਕਰ ਸਕਦੀ ਸੀ। ਪਰ ਬਹੁਤ ਵਿਰੋਧੀ ਧਿਰਾਂ ਨੇ ਗੱਲ ਮੰਨੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪੂਰਾ ਉਸਦਾ ਸ਼ਿਕੰਜਾ ਟਾਈਟ ਕਰਨ ਦੀ ਜਿੰਨੀ ਕੋਸ਼ਿਸ਼ ਕੈਪਟਨ ਅਮਰਿੰਦਰ ਸਿੰਘ ਕਰ ਸਕਦੇ ਸੀ ਉਸ ਮੁੱਦੇ 'ਚ ਉਹ ਕੀਤੀ। ਜਸਟਿਸ ਚਲਮੇਸ਼ਵਰ ਜਿਹੜੇ ਸੀ ਉਹ ਆਖਰੀ ਮੌਕੇ ਤੇ ਡਿਸੀਜਨ ਜਿਹੜਾ ਸੀ ਆਪਣੇ ਹਿਸਾਬ ਨਾਲ ਲੈ ਗਏ, ਜਿਸ ਨਾਲ ਸਿੱਧੂ ਦਾ ਬਚਾਅ ਹੋ ਗਿਆ। ਹੁਣ ਰਾਹੁਲ ਗਾਂਧੀ ਮੀਟਿੰਗਾਂ ਕਰ ਰਹੇ ਨੇ, ਪਰ ਮੀਟਿੰਗਾਂ ਦੇ ਵਿੱਚੋਂ ਕੀ ਕਹਿਣਗੇ, ਜਿੱਦਾਂ ਦੀਆਂ ਅੱਜ ਤੱਕ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਉਹੋ ਜਿਹੀ ਗੱਲ ਕਰਨੀ ਹੈ ਕਿ ਜੋ ਨਵੀਂ ਗੱਲ 10 ਜੁਲਾਈ ਨੂੰ ਬੀਬੀ ਸੋਨੀਆ ਗਾਂਧੀ ਕਰ ਦੇਵੇਗੀ। ਇਸ ਗੱਲ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ। ਇਹ ਅੰਦਰੋਂ ਅੰਦਰ ਸੁਲਗ ਰਹੀਆਂ ਗੱਲਾਂ ਨੇ। ਖਾਨਾ ਜੰਗੀ ਜਿਹੜੀ ਹੈ ਇਸ ਦੇ ਵਿੱਚ ਬਹੁਤ ਜਿਹੜੇ ਤੀਰ ਤਲਵਾਰਾਂ ਚੱਲ ਰਹੇ ਸੀ ਉਹ ਥੋੜੇ ਘਟ ਗਏ ਨੇ। ਕੈਪਟਨ ਅਮਰਿੰਦਰ ਸਿੰਘ ਵੀ ਚੁੱਪ ਕਰਕੇ ਬਹਿ ਗਏ ਨੇ ਤੇ ਹੁਣ ਚੋਣ ਮੋੜ ਦੇ ਵਿੱਚ ਜਿਹੜੀ ਹੈ ਉਹ ਕਾਂਗਰਸ ਹੈ ਉਹ ਪੂਰੇ ਜ਼ੋਰ ਸ਼ੋਰ ਨਾਲ ਆ ਰਹੀ ਹੈ। ਪਰ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦਾ ਅਜੇ ਤੱਕ ਉਹਨਾਂ ਕੋਈ ਤਰੀਕਾ ਜਾਂ ਰਾਹ ਰਸਤਾ ਜਾਂ ਕੋਈ ਇਹੋ ਜਿਹੀ ਗੱਲ ਜਿਸ ਨੂੰ ਅਸੀਂ ਇਹ ਆਖ ਲਈਏ ਕਿ ਉਹ ਅਹੁਦਾ ਲੈ ਕੇ ਚੁੱਪ ਕਰ ਜਾਣਗੇ, ਇਸ ਗੱਲ ਦੀ ਵੀ ਗਰੰਟੀ ਜਾਪਦੀ ਨਹੀਂ। ਉਹਨਾਂ ਦੀਆਂ ਗੱਲਾਂ ਤੋਂ ਇਸ ਤਰ੍ਹਾਂ ਲੱਗਦਾ ਹੈ ਅਜੇ ਇਹ ਜਿਹੜੀ ਲੜਾਈ ਹੈ ਇਹ ਚੱਲ ਸਕਦੀ ਹੈ। ਜੀ, ਉਧਰੋਂ ਸਿੱਟ ਕੋਲ ਸੁਖਬੀਰ ਸਿੰਘ ਬਾਦਲ ਜਾ ਰਹੇ ਨੇ ਤੇ ਉਧਰੋਂ ਟਵੀਟ ਕਰਕੇ ਉਹਨੂੰ ਪਿੰਨ ਕਰ ਰਹੇ ਨੇ। ਬਿਲਕੁਲ ਜੀ, ਬਿਲਕੁਲ। ਜੇ ਗੱਲ ਸੁਸ਼ੀਲ ਕੁਮਾਰ ਦੀ ਕਰੀਏ, ਪਹਿਲਵਾਨ ਸੁਸ਼ੀਲ ਕੁਮਾਰ ਦੀ, ਤੇ ਉਹਨਾਂ ਦੀਆਂ ਕੁਝ ਖਾਸ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ। ਅਸਲ ਵਿੱਚ ਤਸਵੀਰਾਂ ਦੀ ਗੱਲ ਇਹ ਆ ਸਵਲੀਨ ਕਿ ਉਹਨਾਂ ਦੀ ਵੀਡੀਓ ਇੱਕ ਆਈ ਸੀ ਜਿਸ ਦੇ ਵਿੱਚ ਉਹ ਜਿਹੜਾ ਧਨਖੜ ਦੀ ਮੌਤ ਹੁੰਦੀ ਹੈ ਉਸ ਦੀ ਮੌਤ ਦੇ ਵੀਡੀਓ ਇਹੋ ਦੱਸਿਆ ਜਾ ਰਿਹਾ ਕਿ ਉਹਦੀ ਕੁੱਟਮਾਰ ਇੰਨੀ ਕੀਤੀ ਗਈ ਤੇ ਸੁਸ਼ੀਲ ਕੁਮਾਰ ਖੁਦ ਲੱਗੇ ਹੋਏ ਨੇ ਉਸ ਦੀ ਕੁਟਾਈ ਕਰਨ ਤੇ ਆਪਣੇ ਦੋਸਤੋਂ ਵੀਡੀਓ ਬਣਵਾ ਰਹੇ ਨੇ ਤਾਂ ਕਿ ਦਹਿਸ਼ਤ ਫੈਲ ਜਾਵੇ ਉਸ ਇਲਾਕੇ ਦੇ ਵਿੱਚ, ਦਬਦਬਾ ਕਾਇਮ ਹੋ ਜਾਵੇ। ਉਸ ਦੀ ਮੌਤ ਹੋ ਜਾਂਦੀ ਹੈ।
ਮੌਤ ਹੋਣ ਤੋਂ ਬਾਅਦ ਜਿਹੜਾ ਹੈ ਸੁਸ਼ੀਲ ਕੁਮਾਰ ਦਾ ਨਾਮ ਆਉਂਦਾ FIR ਦੇ ਵਿੱਚ ਤੇ ਭਗੌੜਾ ਹੋ ਜਾਂਦਾ ਹੈ। ਅਜੇ ਤੱਕ ਉਸ ਦੀ ਜ਼ਮਾਨਤ ਨਹੀਂ ਹੋ ਸਕਦੀ ਕਿਉਂਕਿ ਉਸਨੇ ਗ੍ਰਿਫਤਾਰ ਹੋਣ ਦੇ ਵਿੱਚ ਬੜੀਆਂ ਅੜਚਣਾਂ ਡਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਪੁਲਿਸ ਕਿਉਂਕਿ ਉਹ ਕਾਫੀ ਜ਼ੋਰਦਾਰ ਵਿਅਕਤੀ ਹੈ, ਉਸ ਦੀ ਪਹੁੰਚ ਬਹੁਤ ਹੈ ਤੇ 2 ਵਾਰੀ ਓਲੰਪਿਕ ਮੈਡਲ ਜਿੱਤਣ ਵਾਲਾ ਇੰਡੀਵਿਜੂਅਲ ਐਥਲੀਟ ਇੱਕੋ ਇੱਕ ਆ ਭਾਰਤ ਦੇ ਵਿੱਚ ਉਹ, ਸੋ ਉਸ ਦੀ ਪਹੁੰਚ ਬਹੁਤ ਹੈ, ਪੈਸਾ ਵੀ ਉਸ ਕੋਲ ਬਹੁਤ ਹੈ, ਰਾਜਨੀਤਿਕ ਤੌਰ ਤੇ ਵੀ ਗਲਿਆਰਿਆਂ ਦੇ ਵਿੱਚ ਉਸ ਦਾ ਕਾਫੀ ਜ਼ੋਰ ਹੈ। ਹੁਣ ਉਸ ਨੂੰ ਇੱਕ ਜੇਲ੍ਹ ਦੇ ਵਿੱਚੋਂ ਤਿਹਾੜ ਜੇਲ੍ਹ ਦੇ ਵਿੱਚ ਟਰਾਂਸਫਰ ਕਰਨਾ ਸੀ। ਉਹ ਇਸ ਕਰਕੇ ਆਖਿਆ ਜਾਂਦਾ ਹੈ ਕਿ ਇਹ ਧਮਕੀਆਂ ਮਿਲ ਰਹੀਆਂ ਸੀ ਅੰਦਰ ਖਾਤੇ ਕਿ ਜਿਸ ਵਿਅਕਤੀ ਨੂੰ ਮਾਰਿਆ ਗਿਆ, ਜਿਸ ਵਿਅਕਤੀ ਦੀ ਕੁੱਟਣ ਨਾਲ ਮੌਤ ਹੋਈ ਹੈ, ਉਸ ਦੇ ਇੱਕ ਸਾਥੀ ਦੇ ਸੰਬੰਧ ਇੱਕ ਹੋਰ ਗੈਂਗਸਟਰ ਦੇ ਨਾਲ ਹਨ ਜਿਨ੍ਹਾਂ ਨਾਲ ਸੁਸ਼ੀਲ ਕੁਮਾਰ ਦਾ ਵਾਦ ਵਿਵਾਦ ਹੈ ਤੇ ਦੁਬਈ ਬੈਠਾ ਹੋਇਆ ਸੁਸ਼ੀਲ ਕੁਮਾਰ ਤੇ ਕੋਈ ਹਮਲਾ ਕਰਵਾ ਸਕਦਾ ਹੈ। ਇਸ ਕਰਕੇ ਇਹਨੂੰ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਵੇ ਜਿੱਥੇ ਕੋਈ ਇਹੋ ਜਿਹਾ ਖਤਰਾ ਨਾ ਹੋਵੇ। ਉੱਥੇ ਤਿਹਾੜ ਦੇ ਵਿੱਚ ਇਸ ਨੂੰ ਵਿਸ਼ੇਸ਼ ਸੈੱਲ ਦੇ ਵਿੱਚ ਰੱਖਿਆ ਜਾਣਾ ਜਿੱਥੇ ਇਸ ਤੇ ਕੋਈ ਲਾਗੇ ਛਾਗੇ ਜਾ ਨਾ ਸਕੇ ਤੇ ਉਸ ਨੂੰ ਇੱਕ ਵੱਖਰੀ ਜਗ੍ਹਾ ਤੇ ਰੱਖ ਕੇ ਜਿਹੜਾ ਹੈ ਉਸ ਹਿਸਾਬ ਨਾਲ ਉੱਥੇ ਕੈਦ ਕਰਕੇ ਰੱਖਿਆ ਜਾਵੇਗਾ ਤੇ ਉਸ ਤੇ ਕੇਸ ਚੱਲੇਗਾ ਜੀ। ਹੁਣ ਜਦੋਂ ਉਸ ਨੂੰ ਉੱਥੇ ਲੈ ਕੇ ਗਏ ਨੇ, ਚਾਹ ਚੜ ਗਿਆ ਤਿਹਾੜ ਜੇਲ੍ਹ ਦੇ ਮੁਲਾਜ਼ਮਾਂ ਨੂੰ ਕਿ ਸਾਡੇ ਕੋਲ ਕੋਈ ਵੱਡੇ ਇੰਨੇ ਵੱਡੇ ਕੋਈ ਵਿਅਕਤੀ ਆਏ ਨੇ ਤੇ ਇਹਨਾਂ ਨਾਲ ਫੋਟੋ ਸੈਸ਼ਨ ਨਾ ਹੋ ਜਾਏ ਇੱਕ, ਤੇ ਮਾਸਕ ਮੂਸਕ ਲਾ ਕੇ ਪਰੇ ਮਾਰੇ ਸਾਰਿਆਂ ਨੇ ਤੇ ਬੜੇ ਰਿਲੈਕਸ ਅੰਦਾਜ਼ ਦੇ ਵਿੱਚ ਸੁਸ਼ੀਲ ਕੁਮਾਰ ਖੜੇ ਨੇ ਤੇ ਪੁਲਿਸ ਵਾਲੇ ਵੀ ਸਮਾਈਲਾਂ ਛੱਡ ਰਹੇ ਨੇ ਖੂਬ ਤੇ ਅਫਸਰ ਵੀ ਨੇ ਤੇ ਛੋਟੇ ਮੁਤੈਹਦ ਕਰਮਚਾਰੀ ਵੀ ਨੇ ਤੇ ਵਾਹਵਾ ਉੱਥੇ ਜਿਹੜਾ ਫੋਟੋ ਸ਼ੂਟ ਹੈ ਚੱਲ ਰਿਹਾ। ਇੱਕ ਤੋਂ ਵੱਧ ਫੋਟੋਆਂ ਜਿਹੜੀਆਂ ਸੀ ਖਿੱਚੀਆਂ ਗਈਆਂ। ਇੱਕ ਫੋਟੋ ਜਿਹੜੀ ਆਮ ਮੀਡੀਆ ਦੇ ਵਿੱਚ ਲੱਗੀ ਹੈ ਉਸ ਦੇ ਵਿੱਚ ਉਹਨਾਂ ਨੂੰ ਖੜੇ ਵੇਖਿਆ ਜਾ ਸਕਦਾ ਤੇ ਉਸੇ ਫੋਟੋ ਦੇ ਵਿੱਚ ਇੱਕ ਹੋਰ ਮੁਲਾਜ਼ਮ ਵਰਦੀਧਾਰੀ ਜਿਹੜਾ ਹੈ ਉਹ ਫੋਟੋ ਖਿੱਚ ਰਿਹਾ ਤੇ ਵਰਦੀ ਦੇ ਵਿੱਚ ਮੁਲਾਜ਼ਮ ਜਿਹੜੇ ਨੇ ਸੁਸ਼ੀਲ ਕੁਮਾਰ ਦੇ ਆਸ-ਪਾਸ ਖੜੇ ਨੇ। ਹੁਣ ਲੋਕਾਂ ਦੇ ਵਿੱਚ ਇਹ ਚਰਚਾ ਚੱਲ ਪਈ ਹੈ ਕਿ ਕਿਹੋ ਜਿਹਾ ਟ੍ਰੀਟਮੈਂਟ ਹੁੰਦਾ ਹੋਵੇਗਾ ਉਸ ਨਾਲ। ਉਹ ਕਿਹੜਾ ਨਾਲੇ ਰਿਬਨ ਕੱਟਣ ਗਿਆ ਸੀ ਉੱਥੇ, ਗਿਆ ਤਾਂ ਜੇਲ੍ਹ 'ਚ ਸੀ, ਜੇਲ੍ਹ ਦੇ ਵਿੱਚ ਸੀ, ਮੁਜਰਮ ਹੈ ਇਸ ਵੇਲੇ ਉਹ। ਹਾਂਜੀ, ਤੇ ਉਸ ਤੇ ਕੇਸ ਚੱਲ ਰਿਹਾ ਹੈ। ਇਹ ਇਸ ਤਰ੍ਹਾਂ ਦਾ ਸਾਡੇ ਸਿਸਟਮ ਹੈ ਕਿ ਅਸੀਂ ਚਾਪਲੂਸੀ ਕਰਨ ਦਾ ਇੱਕ ਮੌਕਾ ਵੀ ਕਿਸੇ ਦੇ ਨਾਲੋਂ ਤੇ ਫੋਟੋਆਂ ਖਿਚਵਾਉਣ ਦਾ ਇੱਕ ਬੇਵਕੂਫੀ ਭਰਿਆ ਟ੍ਰੈਂਡ ਜਿਹੜਾ ਹਰ ਇੱਕ ਨੇ ਅਪਣਾ ਲਿਆ ਕਿ ਜਿੱਥੇ ਵੀ ਦੇਖੋ ਕਿਸੇ ਵਿਅਕਤੀ ਦਾ ਮੌਕਾ ਲੱਗਦਾ ਤੇ ਫੋਟੋ ਖਿਚਵਾ ਲਓ, ਚਾਹੇ ਅਗਲੇ ਨੂੰ ਪਤਾ ਹੋਵੇ ਨਾ ਹੋਵੇ। ਹੁਣ ਤਾਂ ਕੋਈ ਗਿਣਦਾ ਵੀ ਨਹੀਂ, ਕਿਸੇ ਮਾੜੇ ਵਿਅਕਤੀ ਨੇ ਕਿਸੇ ਦੀ ਫੋਟੋ ਆ ਜਾਏ ਰਾਜਨੀਤੀ ਬਣਦੀ ਤਾਂ ਉਹ ਕਹਿੰਦੇ ਅਸੀਂ ਰੋਜ਼ 500 ਵਿਅਕਤੀਆਂ ਨੂੰ ਮਿਲਦੇ ਹਾਂ, ਹੁਣ ਕੀ ਪਤਾ ਕਿਹਦੇ ਨਾਲ ਫੋਟੋ ਹੁੰਦੀ ਸਾਡੀ। ਇਹ ਰਿਵਾਜ ਹੈ ਜਿਹੜਾ ਇਹ ਮੈਂ ਸਮਝਦਾ ਕਿ ਸਾਨੂੰ ਸਮਾਜਿਕ ਤੌਰ ਤੇ ਸਾਨੂੰ ਐਥੀਕਲੀ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਵੀ ਅਸੀਂ ਕਰਨ ਕੀ ਜਾ ਰਹੇ ਇਹਨਾਂ ਫੋਟੋਆਂ ਨੇ ਸਾਨੂੰ ਕੀ ਦੇਣਾ, ਇਹ ਕਿਹਨੂੰ ਵਿਖਾਉਣੀ ਹੈ ਅਸੀਂ ਫੋਟੋ ਤੇ ਕੀ ਸਾਬਤ ਕਰਨਾ। ਖਾਸ ਤੌਰ ਤੇ ਸਰਕਾਰੀ ਜਿਹੜੇ ਵਰਦੀਧਾਰੀ ਮੁਲਾਜ਼ਮ ਨੇ ਇੱਥੋਂ ਕਈ ਗੱਲਾਂ ਸਾਬਤ ਹੁੰਦੀਆਂ ਨੇ ਪਰ ਇਹ ਕੋਈ ਚੰਗੀ ਗੱਲ ਨਹੀਂ। ਉਸ ਨੂੰ ਇਸ ਗੱਲ ਤੇ ਥੋੜਾ ਜਿਹਾ ਚਰਚਾ ਚੱਲ ਪਈ ਹੈ ਕਿ ਹੋ ਸਕਦਾ ਹੈ ਸਪੈਸ਼ਲ ਟ੍ਰੀਟਮੈਂਟ ਜਿਹੜਾ ਹੈ ਸੁਸ਼ੀਲ ਕੁਮਾਰ ਨੂੰ ਜੇਲ੍ਹ ਦੇ ਵਿੱਚ ਮਿਲਦਾ। ਬਿਲਕੁਲ, ਨਾਲੇ ਅਧਿਕਾਰੀ ਵੀ ਜ਼ਿੰਮੇਵਾਰੀਆਂ ਭੁੱਲ ਕੇ ਤੇ ਚਾਪਲੂਸੀਆਂ ਤੇ ਆਪਣੇ ਦਿਖਾਵੇ 'ਚ ਲੱਗੇ ਹੋਏ ਨੇ। ਬਿਲਕੁਲ ਜੀ। ਜੇ ਜਾਂਦੇ ਜਾਂਦੇ ਸੁੱਚਾ ਸਿੰਘ ਲੰਗਾਹ ਦੀ ਗੱਲ ਕਰੀਏ ਤਾਂ ਸੁਣਿਆ ਉਹਨਾਂ ਨੇ ਕੋਈ ਮੰਗ ਰੱਖੀ। ਸੁੱਚਾ ਸਿੰਘ ਲੰਗਾਹ ਕਹਿੰਦੇ ਨੇ ਕਿ ਮੈਂ 70-72 ਦਿਨ ਹੋ ਗਏ ਨੇ ਮੈਂ ਨੰਗੇ ਪੈਰੀਂ ਰੋਜ਼ ਆ ਰਿਹਾ ਅਕਾਲ ਤਖਤ ਸਾਹਿਬ ਤੇ, ਮੈਂ ਗੁਰਬਾਣੀ ਕੀਰਤਨ ਵੀ ਸੁਣਦਾ, ਮੈਂ ਪਾਠ ਵੀ ਕਰਦਾ ਤੇ ਸੇਵਾ ਵੀ ਕਰਦਾ ਤੇ ਮੈਂ ਬੇਨਤੀ ਕਰ ਚੁੱਕਾ ਕਿ ਮੇਰੇ ਬਜ਼ੁਰਗ 90 ਸਾਲ ਤੋਂ ਉੱਪਰ ਦੇ ਮਾਂ-ਬਾਪ ਨੇ, ਮੇਰੇ ਬੱਚੇ ਛੋਟੇ ਨੇ, ਵਿਆਹੁਣਯੋਗ ਨੇ ਤੇ ਮੈਨੂੰ ਮੇਰੇ ਕੀਤੇ ਹੋਏ ਗੁਨਾਹ ਦੀ ਮੁਆਫੀ ਦਿੱਤੀ ਜਾਵੇ। ਜੋ ਸਜ਼ਾ ਤੁਸੀਂ ਲਾਓ ਮੈਨੂੰ ਮੈਂ ਭੁਗਤਣ ਨੂੰ ਤਿਆਰ ਹਾਂ ਤੇ ਮੈਨੂੰ ਮੁਆਫੀ ਦਿੱਤੀ ਜਾਵੇ ਤੇ ਮੈਨੂੰ ਸਿੱਖ ਧਰਮ ਦੇ ਵਿੱਚੋਂ ਜੋ ਛੇਕਿਆ ਗਿਆ ਪੰਥ ਦੇ ਵਿੱਚ ਮੈਨੂੰ ਦੁਬਾਰਾ ਜਿਹੜਾ ਸ਼ਾਮਿਲ ਕੀਤਾ ਜਾਵੇ। ਮੈਂ ਸਜ਼ਾ ਜਿਹੜੀ ਤੁਸੀਂ ਲਾਓਗੇ ਮੈਂ ਮੰਨਣ ਨੂੰ ਭੁਗਤਣ ਨੂੰ ਤਿਆਰ ਹਾਂ। ਗਲਤੀ ਹਰੇਕ ਇਨਸਾਨ ਕੋਲੋਂ ਹੋ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਬੁੱਢੇ ਮਾਂ-ਬਾਪ, ਬਜ਼ੁਰਗ ਮਾਂ-ਬਾਪ ਪਹਿਲਾਂ ਇਹ ਬੇਨਤੀ ਕਰਕੇ ਗਏ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੇ ਇਹ ਗੁਰੂ 6ਵੇਂ ਪਾਤਸ਼ਾਹ ਦੀ ਗੱਦੀ ਹੈ ਤੇ ਇੱਥੇ ਜੋ ਵੀ ਸਿਰ ਝੁਕਾ ਕੇ ਆਇਆ ਚਾਹੇ ਉਸਨੇ ਕਿੰਨੀ ਵੱਡੀ ਵੀ ਗਲਤੀ ਕੀਤੀ ਹੋਵੇ ਉਸ ਨੂੰ ਮੁਆਫੀ ਜਿਹੜੀ ਹੈ ਦਿੱਤੀ ਗਈ। ਉਦਾਹਰਨ ਉਹ ਦਿੰਦੇ ਨੇ ਗੱਲਬਾਤ ਕਰਦੇ ਹੋਏ ਮੀਡੀਆ ਦੇ ਨਾਲ। ਉਹ ਕਹਿੰਦੇ ਨੇ ਕਿ ਬੂਟਾ ਸਿੰਘ ਸਾਬਕਾ ਕੇਂਦਰੀ ਮੰਤਰੀ ਨੇ ਵੀ ਮੁਆਫੀ ਇੱਥੇ ਮੰਗੀ ਸੀ ਤੇ ਸਜ਼ਾ ਲਾਈ ਗਈ, ਤਨਖਾਹ ਲਾਈ ਗਈ ਤੇ ਉਹਨਾਂ ਨੂੰ ਮੁਆਫੀ ਜਿਹੜੀ ਸੀ ਦਿੱਤੀ ਗਈ। ਕਈ ਲੋਕ ਨਹੀਂ ਵੀ ਆਏ ਪਰ ਗੱਲ ਇਹ ਹੈ ਕਿ ਉਹ ਬਾਰ-ਬਾਰ ਇੱਕ ਗੱਲ ਕਰਦੇ ਨੇ। ਉਹ ਕਹਿੰਦੇ ਨੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਜਿਹੜੀ ਹੈ ਰੱਬ ਤੋਂ ਬਾਅਦ ਦੂਸਰੇ ਨੰਬਰ ਤੇ ਹੈ ਤੇ ਇਸ ਪਦਵੀ ਤੇ ਕਿਸੇ ਕਿਸਮ ਦਾ ਰਾਜਨੀਤਿਕ ਦਬਾਅ ਨਹੀਂ ਹੋਣਾ ਚਾਹੀਦਾ। ਤੇ ਉਹ ਹੁਣ ਇੱਕ ਕਿਸਮ ਦਾ ਉਹਨਾਂ ਦੀ ਸਿਫਤ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਤੁਸੀਂ ਮੰਜੀ ਸਾਹਿਬ ਤੋਂ ਕਥਾ ਕੀਤੀ ਹੈ ਕੁਝ ਦਿਨ ਪਹਿਲਾਂ ਤੇ ਕਥਾ ਦੇ ਵਿੱਚ ਤੁਸੀਂ ਗੱਲ ਆਖੀ ਕਿ ਜੋ ਗੁਰੂ ਦੇ ਦਰ ਤੇ ਆਉਂਦਾ ਉਸ ਨੂੰ ਮੁਆਫ ਕੀਤਾ ਜਾਂਦਾ, ਉਹ ਨਿਮਾਣਾ ਹੋ ਕੇ ਆਵੇ ਤੇ ਕਿਸੇ ਦੇ ਖਿਲਾਫ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਸਿੱਖ ਧਰਮ ਦੇ ਵਿੱਚ ਮੁਆਫੀ ਦਾ ਸੰਕਲਪ ਬਹੁਤ ਸੋਹਣਾ ਹੈ ਤੇ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਬੇਨਤੀ ਕਰਦਾ ਕਿ ਮੈਨੂੰ ਮੁਆਫੀ ਦੇਣ ਤਾਂ ਕਿ ਮੈਂ ਆਪਣਾ ਕੋਈ ਜੀਵਨ ਜਿਹੜਾ ਹੈ ਉਹ ਜੀ ਸਕਾਂ। ਇਸ ਵੇਲੇ ਥੋੜਾ ਜਿਹਾ ਫਸੇ ਹੋਏ ਨੇ ਸੁੱਚਾ ਸਿੰਘ ਲੰਗਾਹ। ਉਹਨਾਂ ਨੇ ਜਿਹੜਾ ਉਹਨਾਂ ਦਾ ਪਹਿਲਾਂ ਪੈਂਤੜਾ ਹੋਰ ਸੀ ਜਦੋਂ ਗੱਲ ਦੇ ਵਿੱਚ ਫਸੇ ਨੇ, ਭਾਵੇਂ ਕਿ ਉਹ ਪੁਲਿਸ ਕੇਸ ਸੀ ਜਾਂ ਜਿਵੇਂ ਵੀ ਸੀ, ਜਿਵੇਂ ਉਹਨਾਂ ਤੇ ਪਰਚਾ ਹੋਇਆ ਸੀ ਉਹ ਸਾਰਾ ਰਫਾ ਦਫਾ ਹੋ ਚੁੱਕਾ ਆਪਸੀ ਸਹਿਮਤੀ ਦੇ ਨਾਲ। ਪਰ ਇੱਧਰੋਂ ਇੱਕ ਕਿਸਮ ਦਾ ਇੱਕ ਆਪਣੀ ਅੰਤਰਾਤਮਾ ਨੂੰ ਸ਼ਾਇਦ ਕੋਈ ਸਾਫ਼ ਕਰਨ ਦੇ ਲਈ ਜਾਂ ਸਿੱਖ ਪੰਥ ਦੇ ਵਿੱਚ ਦੁਬਾਰਾ ਸ਼ਾਮਲ ਹੋਣ ਲਈ ਜਿਹੜੀਆਂ ਗੱਲਾਂ ਨੇ ਉਹ ਇਸ ਤਰ੍ਹਾਂ ਦੀਆਂ ਕਰ ਰਹੇ ਨੇ। ਉਹਨਾਂ ਨੇ ਅੰਦਰ ਖਾਤੇ ਮੁਆਫੀ ਲੈਣ ਦਾ ਵੀ ਯਤਨ ਕੀਤਾ ਸੀ। ਇੱਕ ਲੋਕਲ ਗੁਰਦੁਆਰੇ ਦੇ ਵਿੱਚ ਉਹਨਾਂ ਨੇ ਜਿਹੜਾ ਸੀ ਸਰੋਪਾ ਪਵਾ ਲਿਆ ਸੀ ਤੇ ਉੱਥੇ ਦੇ ਫਿਰ ਮੁਲਾਜ਼ਮਾਂ ਨੂੰ ਜਿਹੜਾ ਸੀ ਸ਼੍ਰੋਮਣੀ ਕਮੇਟੀ ਨੇ
ਤਲਬ ਕੀਤਾ ਸੀ ਕਿ ਤੁਸੀਂ ਕਿਸ ਤਰ੍ਹਾਂ ਮਾਫੀ ਦੇ ਦਿੱਤੀ ਹੈ, ਇੱਥੇ ਗੱਲ ਇਹ ਹੋਣੀ ਚਾਹੀਦੀ ਹੈ। ਪਰ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹਨਾਂ ਨੇ ਇਹ ਕਹਿਣਾ ਕਿ ਰਾਜਨੀਤਿਕ ਦਬਾਅ ਨਹੀਂ ਹੋਣਾ ਚਾਹੀਦਾ, ਇਹ ਫਿਰ ਉਹਨਾਂ ਨੇ ਇੱਕ ਚਾਲ ਜੀ ਮੈਨੂੰ ਤੇ ਇਸ ਤਰ੍ਹਾਂ ਜਾਪਿਆ ਕਿ ਕੀਤੀ ਹੈ, ਖੇਡੀ ਹੈ ਕਿ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਅਗਰ ਕੋਈ ਇਸ਼ਾਰਾ ਕਰ ਰਿਹਾ ਤੇ ਹੁਣ ਤੁਹਾਡੀ ਮਰਜ਼ੀ ਬਣਦੀ ਹੈ। ਜਦੋਂ ਜਥੇਦਾਰ ਸਾਹਿਬ ਨੂੰ ਪੁੱਛਿਆ ਗਿਆ, ਉਹ ਕਹਿੰਦੇ ਕਿ ਮੇਰਾ ਇਕੱਲੇ ਦਾ ਡਿਸੀਜਨ ਨਹੀਂ ਹੈ, ਇਹ ਫੈਸਲਾ ਜਿਹੜਾ ਹੈ ਕੀਤਾ ਜਾਵੇਗਾ, ਸਾਰਿਆਂ ਨੇ ਬੈਠ ਕੇ ਵਿਚਾਰਨਾ ਹੈ। ਹੋਰ ਨਾ ਅਕਾਲ ਤਖਤ ਸਾਹਿਬ ਤੋਂ ਬਿਨਾਂ ਬਾਕੀ ਤਖਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਉੱਥੇ ਹੋਣ ਤੇ ਫਿਰ ਜਿਹੜੀ ਹੈ ਗੱਲਬਾਤ ਉਹ ਕੀਤੀ ਜਾ ਸਕੇਗੀ। ਹੁਣ ਜੇ ਉਹ ਗੱਲ ਕਰਦੇ ਨੇ ਕਿ ਮਾਫੀ ਮੰਗਣ ਆਇਆਂ ਨੂੰ ਇੱਥੇ ਮਾਫੀ ਦੇ ਦਿੱਤੀ ਜਾਂਦੀ ਹੈ, ਤੇ ਇੱਕ ਉਦਾਹਰਨ ਤੇ ਬਲਕਿ ਇਹੋ ਜਿਹੀ ਵੀ ਜਿੱਥੇ ਮਾਫੀ ਮੰਗਣ ਕੋਈ ਆਇਆ ਵੀ ਨਹੀਂ ਤੇ ਮਾਫੀਨਾਮਾ ਵੀ ਦਾਖਲ ਨਹੀਂ ਕੀਤਾ ਤੇ ਉਹਨੂੰ ਫੇਰ ਮਾਫੀ ਦੇ ਦਿੱਤੀ ਗਈ। ਮੈਂ ਗੱਲ ਕਰ ਰਿਹਾ ਸੌਦਾ ਸਾਧ ਦੀ, ਰਾਮ ਰੀਵ ਨੂੰ ਮਾਫੀ ਦੇ ਕੇ ਫਿਰ ਜਦੋਂ ਰੌਲਾ ਪਿਆ ਤੇ ਫਿਰ ਕੈਂਸਲ ਵੀ ਕਰ ਦਿੱਤੀ ਗਈ ਸੀ। ਹੁਣ ਇਹ ਬਾਅਦ ਜਿਹੜਾ ਹੈ ਅਕਾਲ ਤਖਤ ਸਾਹਿਬ ਦੇ ਨਾਲ ਜੁੜਨਾ, ਇਹ ਮਾੜੀ ਗੱਲ ਹੈ। ਸੁੱਚਾ ਸਿੰਘ ਲੰਗਾਹ ਜੇ ਜਾਂਦੇ ਨੇ ਤੇ ਅੰਦਰ ਖਾਤੇ ਬੇਨਤੀ ਕਰ ਲੈਣ, ਪਰ ਉਹਨਾਂ ਨੇ ਮੀਡੀਆ ਵਿੱਚ ਹੁਣ ਗੱਲ ਲੈ ਕੇ ਆਏ ਨੇ ਤਾਂ ਕਿ ਹਾਈਲਾਈਟ ਹੋਵੇ ਤੇ ਕਿਸੇ ਤਰ੍ਹਾਂ ਦਾ ਦਬਾਅ ਪਵੇ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈ ਕੀਤੀ ਜਾ ਸਕਦੀ ਹੈ, ਜਾਂ ਇਸ ਮਾਮਲੇ ਨੂੰ ਇਸ ਤਰ੍ਹਾਂ ਠੰਡੇ ਬਸਤੇ ਵਿੱਚ ਪਿਆ ਰਹਿਣ ਦਿੱਤਾ ਜਾਵੇ ਤੇ ਫਿਰ ਜਿਹੜਾ ਹੈ ਫਿਰ ਸੁੱਚਾ ਸਿੰਘ ਲੰਗਾਹ ਜਿਹੜੇ ਨੇ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰ ਸਕਦੇ ਨੇ। ਜੀ, ਸਮਾਂ ਖਤਮ ਹੋ ਗਿਆ ਤੇ ਪ੍ਰੋਗਰਾਮ ਸਾਨੂੰ ਹੁਣ ਇੱਥੇ ਸਮੇਟਣਾ ਪੈਣਾ। ਕੁਲਦੀਪ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਟੂਡੀਓ 'ਚ ਆਉਣ ਲਈ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।